ਅੱਛਾ ਜੀ, ਕਿੰਨਾ ਇਹ ਸੱਚ ਹੈ ਕਿ ਪੁਲਿਸ ਜਿਹੜੀ ਹੈ ਉਹ ਪੋਲੀਟੀਸ਼ੀਅਨਾਂ ਦੇ ਦਬਾਅ 'ਚ ਕੰਮ ਕਰਦੀ ਹੈ? ਇਹ ਮਤਲਬ ਜਿਹੜਾ ਹੈਗਾ ਇਹ ਓਪਨ ਸੀਕ੍ਰੇਟ ਹੈਗਾ ਕਿ ਪੁਲਿਸ ਜਿਹੜੀ ਹੈਗੀ ਆ ਅਪ ਟੂ ਦੀ ਐਸਐਚਓ ਲੈਵਲ ਜਿਹੜਾ ਹੈਗਾ ਆ ਉਹ ਪੋਲੀਟੀਸ਼ੀਅਨ ਦੇ ਦਬਾਅ ਹੇਠ ਕੰਮ ਕਰਦੀ ਹੈ। ਔਰ ਈਵਨ ਜਿਹੜਾ ਹੈਗਾ ਸਾਰੀਆਂ ਜਿਹੜੀਆਂ ਕੋਈ ਵੀ ਸਰਵਿਸਿਜ਼ ਜਿਹੜੀ ਹੈਗੀ ਅੱਜ ਦੀ ਤਰੀਕ ਦੇ ਵਿੱਚ ਜੇ ਕਿਸੇ ਦੀ ਜਿਹੜੀ ਬਦਲੀ ਹੈਗੀ ਆ ਜਾਂ ਜਿਹੜਾ ਹੈਗਾ ਉਹਦੀ ਉੱਥੇ ਲੱਗਣਾ ਆ ਉਹ ਕਿਸੇ ਪੋਲੀਟੀਸ਼ੀਅਨ ਦੀ ਸਿਫਾਰਿਸ਼ ਤੋਂ ਬਗੈਰ ਨਹੀਂ ਲੱਗਿਆ ਜਾ ਸਕਦਾ। ਦਿਸ ਇਜ਼ ਟਰੂ। ਔਰ ਐਸਐਚਓ ਦਾ ਲੱਗਣਾ, ਡੀਐਸਪੀ ਦਾ ਲੱਗਣਾ, ਕਿਸੇ ਐਸਡੀਐਮ ਦਾ ਲੱਗਣਾ ਇਹ ਪੋਲੀਟੀਸ਼ੀਅਨ ਦੀ ਵਿਲ ਦੇ ਉੱਤੇ। ਤੇ ਜੇ ਪੋਲੀਟੀਸ਼ੀਅਨ ਦੇ ਵਿਲ ਦੇ ਉੱਤੇ ਉਹ ਕੰਮ ਲੱਗ ਰਿਹਾ ਹੈ ਤੇ ਉਹ ਪੋਲੀਟੀਸ਼ੀਅਨ ਜਿਵੇਂ ਕਹੇਗਾ ਉਹ ਉਸ ਤਰ੍ਹਾਂ ਉਹਨੂੰ ਕੰਮ ਕਰਨਾ ਪੈਣਾ। ਦਾ ਜਸਟਿਸ ਬਹੁਤ ਹੀ ਡਿਫਿਕਲਟ ਹੈ, ਮਿਲਦਾ ਹੀ ਨਹੀਂ। ਔਰ ਥੱਲੇ ਤੱਕ ਜਾ ਕੇ ਜਿਹੜਾ ਹੈਗਾ ਦਿਸ ਇਜ਼ ਵੈਰੀ ਵੈਰੀ ਡਿਫਿਕਲਟ ਕਿ ਉਹਨੂੰ ਜਿਹੜਾ ਹੈਗਾ ਜਸਟਿਸ ਮਿਲੇ ਜੇ ਉਹਦੇ ਬਰਾਬਰ ਤੇ ਜੇ ਕੋਈ ਪੋਲੀਟੀਸ਼ੀਅਨ ਖੜਾ ਤੇ ਜੇ ਕਾਮਨ ਮੈਨ ਦੇ ਬਰਾबर ਦੇ ਉੱਤੇ ਕਾਮन मैन ही है फिर भावें जस्टिस मिल जाए। D4 न्यूज़ देख रहे तमाम दोस्तों को दीपक भंडारी का नमस्कार। आज हम आपको एक ऐसी शख्सियत से मिलाने जा रहे हैं जो खुद IAS अधिकारी रहे हैं, अब रिटायर हो चुके हैं। इन्होंने एक ऐसी फिल्म रिलीज़ की है जिसमें दिखाया गया है कि किस तरह पॉलिटिशियन और पुलिस का आपस में गठजोड़ बन गया है और किस तरह क्रिमिनल बच निकलते हैं, आम आदमी को इंसाफ नहीं मिलता है। IAS होने के साथ साथ इन्होंने कुछ सामाजिक बुराइयों को उभारने की कोशिश की है, क्योंकि आज तक जो देखा गया है कि लोग सामने नहीं आते हैं, सच्चाई बोलने से घबराने लगे, बोलना तो दूर सुनने से भी घबराने लगे हैं। सत श्री अकाल जी। सत श्री अकाल जी दीपक जी, क्या हाल चाल? बहुत अच्छा जी। मुख्तावर जी, पहले तो साढ़े वालों ਤੁਹਾਨੂੰ बहुत ਵਧਾਈ ਤੇ ਤੁਸੀਂ ਇੰਨਾ ਡੇਅਰਿੰਗ ਸਟੈਪ ਲਿਆ ਹੈ। ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ ਵੈਰੀ ਮਚ। ਸਰ ਪਹਿਲੇ ਤੇ ਬੜਾ ਥੋੜਾ ਜਿਹਾ ਮੈਂ ਕਹਾਂਗਾ ਬਰੀਫ ਇੰਟਰੋਡਕਸ਼ਨ ਤੁਸੀਂ ਦੇ ਦਿਓ। ਬਰੀਫ ਇੰਟਰੋਡਕਸ਼ਨ ਇਹ ਹੈ ਕਿ ਜੀ ਮੈਂ 1983 ਦਾ ਗ੍ਰੈਜੂਏਟ ਹਾਂ ਔਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਚੋਂ ਮੈਂ ਲਿਟਰੇਚਰ 'ਚ MA ਕੀਤੀ ਤੇ ਡਿਫੈਂਸ ਅਕਾਊਂਟਸ ਦੇ ਵਿੱਚ 6 ਸਾਲ ਨੌਕਰੀ ਕਰਨ ਤੋਂ ਬਾਅਦ ਮੈਂ DSP ਸਿਲੈਕਟ ਹੋਇਆ ਔਰ DSP ਸਿਲੈਕਟ ਹੋ ਕੇ ਮੈਂ ਟ੍ਰੇਨਿੰਗ ਵਿੱਚੇ ਛੱਡੀ ਕਿਉਂਕਿ ਮੇਰਾ PCS ਹੋ ਗਿਆ ਸੀ। ਫਿਰ ਮੈਂ PCS ਭਰਤੀ 1994 ਦੇ ਵਿੱਚ ਆ ਕੇ ਤੋਂ PCS ਦੀ ਜਿਹੜੀ ਹੈਗੀ ਆ ਉਹ ਨੌਕਰੀ ਸ਼ੁਰੂ ਕੀਤੀ। ਅਤੇ ਕੀ ਤੁਹਾਡਾ ਸੁਪਨਾ ਸੀਗਾ ਵੀ ਤੁਸੀਂ PCS ਜਾਓਗੇ ਕਿਉਂਕਿ DSP ਪੁਲਿਸ ਦੀ ਨੌਕਰੀ ਸੀਗੀ ਤੁਸੀਂ? ਯੈਸ, ਸੁਪਨਾ ਇਹ ਸੀਗਾ ਕਿ ਸਿਵਲ 'ਚ ਜਾਣਾ, ਪੁਲਿਸ ਦੇ ਵਿੱਚ ਤੇ ਜਿਹੜੀ ਹੈਗੀ ਹੈ ਜੇ ਨਾ ਸਰਵਿਸ ਮਿਲੀ ਸਿਵਲ ਸਰਵਿਸ ਫਿਰ ਪੁਲਿਸ 'ਚ ਰਵਾਂਗੇ, ਅਦਰਵਾਈਜ਼ ਪੁਲਿਸ 'ਚ ਰਹਿਣਾ ਮੇਰੇ ਵਾਸਤੇ ਕੋਈ ਥੋੜਾ ਔਖਾ ਸੀਗਾ। ਇਟ ਵਾਜ਼ ਕਹਿੰਦੇ ਵੀ ਯੂਅਰ ਆਪਸ਼ਨ ਔਰ ਇਟ ਵਾਜ਼ ਬਾਈ ਲੱਕ ਕਿ ਤੁਹਾਡੀ ਦੋਨੋਂ ਵਾਰੀ ਸਿਲੈਕਸ਼ਨ ਹੋ ਗਈ, ਪਹਿਲੇ DSP ਬਣ ਗਏ ਤੇ ਫਿਰ ਤੁਸੀਂ PCS? ਇਟ ਵਾਜ਼ ਆਪਸ਼ਨ। ਅਤੇ ਤੁਸੀਂ ਪ੍ਰਮੋਟ ਕਦੋਂ ਹੋਏ ਐਜ਼ IAS? ਮੈਂ ਐਜ਼ IAS 1917 'ਚ ਪ੍ਰਮੋਟ ਹੋ ਗਿਆ ਸੀ ਜੀ। 2017 ਵੈਰੀ ਸੌਰੀ 2017 ਦੇ ਵਿੱਚ IAS ਪ੍ਰਮੋਟ ਹੋ ਗਿਆ। ਅੱਛਾ ਸਰ, ਤੁਸੀਂ ਇੱਕ ਪਿਕਚਰ ਰਿਲੀਜ਼ ਕੀਤੀ ਹੈ ਪਹਿਲੇ ਤੇ ਥੋੜਾ ਉਹਦੇ ਬਾਰੇ ਦੱਸੋਗੇ ਵੀ ਉਹਦੇ ਵਿੱਚ ਤੁਸੀਂ ਦੱਸਿਆ ਵੀ ਪੁਲਿਸ ਦਾ ਤੇ ਇੱਕ ਪੋਲੀਟੀਸ਼ੀਅਨ ਦਾ ਗੱਠਜੋੜ ਬਣ ਚੁੱਕਿਆ ਹੈ ਬਹੁਤ ਜ਼ਿਆਦਾ, ਕਿਉਂਕਿ ਤੁਸੀਂ ਬਹੁਤ ਸਾਲ ਇੱਕ ਸਰਵਿਸ ਕੀਤੀ ਹੈ, ਪੰਜਾਬ ਗਵਰਨਮੈਂਟ ਦੀ ਸਰਵਿਸ ਰਹੇ ਹੋ, ਕਿਉਂਕਿ ਤੁਸੀਂ ਕਈ ਚੀਜ਼ਾਂ ਐਸੀਆਂ ਦੇਖੀਆਂ ਹੋਣੀਆਂ ਵੀ ਤੁਹਾਨੂੰ ਇਹ ਕਿਸ ਤਰ੍ਹਾਂ ਲੱਗਿਆ ਕਿ ਇਹਨਾਂ ਦਾ ਆਪਸ ਦੇ ਵਿੱਚ ਗੱਠਜੋੜ ਹੈਗਾ ਕਿ ਤੁਸੀਂ ਤਾਂ ਬਿਕੋਜ਼ ਆਪ ਤਾਂ DSP ਦੀ ਨੌਕਰੀ ਛੱਡ ਦਿੱਤੀ ਸੀ ਜੀ। ਦਰਅਸਲ ਵਿੱਚ ਇਹ ਜਿਹੜੀ ਤੁਸੀਂ ਨੈਕਸਸ ਦੀ ਗੱਲ ਕੀਤੀ ਹੈ ਇਸ ਤਰ੍ਹਾਂ ਨਹੀਂ ਹੈ। ਇਹ ਇਸ ਤੋਂ ਪਹਿਲਾਂ ਮੈਂ ਇੱਕ ਮੂਵੀ ਸੱਗੀ ਫੁੱਲ ਕੀਤੀ ਸੀਗੀ, ਉਹ ਕਿਸਾਨ ਜਿਹੜਾ ਹੈਗਾ ਆ ਉਹਦੇ ਸੰਕਟ ਬਾਰੇ ਗੱਲ ਕਰਦੀ ਸੀਗੀ, ਉਹ ਫੀਚਰ ਫਿਲਮ ਸੀਗੀ, ਉਹ 2018 'ਚ ਰਿਲੀਜ਼ ਹੋਈ ਸੀਗੀ। ਉਦੋਂ ਵੀ ਮੀਡੀਆ ਨੇ ਕਾਫੀ ਉਦੋਂ ਜਿਹੜਾ ਸੀਗਾ ਐਪਰੀਸ਼ੀਏਟ ਕੀਤਾ ਸੀਗਾ। ਤਾਂ ਉਸ ਤੋਂ ਬਾਅਦ ਜਿਹੜਾ ਇਹ ਨੌਕਰੀ ਦੇ ਵਿੱਚ ਰਹਿੰਦਿਆਂ ਤੁਹਾਨੂੰ ਬਹੁਤ ਸਾਰੀਆਂ ਤਲਖ ਹਕੀਕਤਾਂ ਜਿਹੜੀਆਂ ਹੈਗੀਆਂ ਪਤਾ ਲੱਗਦਾ ਰਹਿੰਦੀਆਂ, ਗਰਾਊਂਡ ਲੈਵਲ ਤੇ ਜਾ ਕੇ ਪਤਾ ਲੱਗ ਰਹਿੰਦੀਆਂ, ਕਿਉਂਕਿ ਬਾਤ ਕਾਮਨ ਮੈਨ ਨੂੰ ਮਿਲਣਾ ਹੁੰਦਾ ਤੁਹਾਡਾ। ਬਿਲਕੁਲ, ਕਿਉਂਕਿ ਐਜ਼ ਸਿਵਲ ਸਰਵੈਂਟ ਜਿਹੜਾ ਹੈਗਾ ਉਹ ਬਿਲਕੁਲ ਤੁਸੀਂ ਜਿਹੜਾ ਹੈਗਾ ਕਾਮਨ ਮੈਨ ਜਾਂ ਪੂਅਰ ਪਰਸਨ ਜਿਹੜਾ ਹੈਗਾ ਪੈਨਸ਼ਨ ਜੁੱਦਾ ਜਾਂ ਇਹ ਸਾਰੇ ਕੰਮ ਜਿਹੜੇ ਹੈਗੇ ਆ ਤੁਸੀਂ ਬਹੁਤ ਪਿੰਡ ਦੇ ਪੱਧਰ ਦੇ ਉੱਤੇ ਜਾ ਕੇ ਕਰਨੇ ਹੁੰਦੇ, ਗ੍ਰਾਸ ਰੂਟ ਲੈਵਲ ਤੇ ਜਾ ਕੇ, ਔਰ ਗ੍ਰਾਸ ਰੂਟ ਲੈਵਲ ਤੋਂ ਸਾਨੂੰ ਗੱਲ ਸਾਰੀ ਜਿਹੜੀ ਹੈਗੀ ਪਤਾ ਲੱਗ ਜਾਂਦੀ ਹੈ। ਤੇ ਬਸ ਜਿਹੜੀ ਇਹ ਫਿਲਮ ਹੈ, ਇਹ ਫਿਲਮ ਦਾ ਬੀਜ ਜਿਹੜਾ ਹੈਗਾ ਇਹ ਡਿਊਰਿੰਗ ਸਰਵਿਸ ਜਿਹੜਾ ਸੀਗਾ ਬੀਜਿਆ ਗਿਆ ਸੀਗਾ, ਕਿਉਂਕਿ ਵਰਕਿੰਗ ਦੌਰਾਨ ਪਤਾ ਲੱਗਦਾ ਰਹਿੰਦਾ ਸੀਗਾ। ਇੱਕ ਸਾਡੇ ਕੋਲ ਇੱਕ ਅਰਜ਼ੀ ਆਉਂਦੀ ਹੁੰਦੀ ਸੀਗੀ ਕਿ ਜਿਹੜਾ ਕੋਈ ਬੱਚਾ ਜਾਂ ਕੋਈ ਜਿਹੜਾ ਵਿਅਕਤੀ ਕੋਈ ਸੁਸਾਈਡ ਕਰ ਜਾਂਦਾ ਸੀਗਾ
ਉਹਦੇ ਲਈ ਮੈਜਿਸਟ੍ਰੇਟ ਕੋ ਉਹਦੇ ਪੋਸਟਮਾਰਟਮ ਜਿਹੜਾ ਹੈਗਾ 176 ਦੀ 174 ਦੀ ਕਾਰਵਾਈ ਲਈ ਆਉਂਦਾ ਹੁੰਦਾ ਸੀਗਾ। ਉਹ ਤੋਂ ਆ ਕੇ ਜਦੋਂ ਅਸੀਂ ਉਹਨਾਂ ਦੀਆਂ ਇਨਕੁਆਇਰੀਆਂ ਕਰਨੀਆਂ ਨੇ ਉਹਨਾਂ ਲੋਕਾਂ ਦੀਆਂ, ਉਹ ਵਿੱਚੋਂ ਗੱਲ ਕੁਝ ਹੋਰ ਨਿਕਲਣੀ। ਉਹਨਾਂ ਕਹਿਣਾ ਨਹੀਂ ਜੀ ਇਤਫਾਕਨ ਜਿਹੜੀ ਹੈਗੀ ਹੈ ਕੋਈ ਗੱਲ ਹੋ ਗਈ ਹੈ, ਪਰ ਇਤਫਾਕਨ ਨਹੀਂ ਸੀ ਉਹ ਗੱਲ ਹੋਈ ਹੁੰਦੀ। ਐਕਚੁਅਲੀ ਉਹਦੇ ਪਿੱਛੇ ਜਿਹੜਾ ਹੈਗਾ ਕੋਈ ਨਾ ਕੋਈ ਕਾਰਨ ਹੁੰਦਾ ਸੀ ਜਾਂ ਸਸਪੀਸ਼ੀਅਸ ਸਰਕਮਸਟੈਂਸਸ ਹੁੰਦੇ ਸੀਗੇ। ਪਰ ਮਤਲਬ ਜਿਹੜਾ ਹੈਗਾ ਇਹ ਹੌਲੀ ਹੌਲੀ ਜਿਹੜਾ ਹੈਗਾ ਇਹ ਪੁਲਿਸ ਦੇ ਕੋਲ ਮਾਮਲਾ ਜਿਹੜਾ ਹੈਗਾ, ਪੁਲਿਸ ਇਹਨਾਂ ਮਾਮਲਿਆਂ ਨੂੰ ਜਿਹੜੀ ਹੈਗੀ ਆ ਉਸੇ ਤਰ੍ਹਾਂ ਹੀ ਲੈਣ ਲੱਗ ਪਈ ਕਿ ਉਹ ਪੋਸਟਮਾਰਟਮ ਤੋਂ ਬਗੈਰ ਜਿਹੜੀਆਂ ਹੈਗੀਆਂ ਸੀਗੀਆਂ ਲਾਸ਼ਾਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਕਿਸੇ ਮਤਲਬ ਹੱਦ ਤੱਕ ਇਨਕੁਆਇਰੀ ਨਾ ਪਹੁੰਚਣ ਤੋਂ ਹੀ ਜਿਹੜੇ ਹੈਗੇ ਸੀਗੇ ਵਾਰਸਾਂ ਨੂੰ ਦੇਣ ਲੱਗ ਪਏ। ਇਸ ਤਰ੍ਹਾਂ ਦੇ ਹੋਰ ਮਤਲਬ ਜਿਹੜੇ ਸੀਗੇ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਉਹਦੇ ਵਿੱਚ ਸਾਨੂੰ ਧਿਆਨ ਚਾਹੀਏ, ਕਿਉਂਕਿ ਇਸ ਫਿਲਮ ਦੇ ਦੋ ਪਲਾਟ ਨੇ ਬੇਸਿਕਲੀ। ਨਹੀਂ ਸਰ, ਇਹ ਥੋੜਾ ਜਿਹਾ ਮੈਂ ਪੁੱਛਾਂਗਾ, ਜਿਹੜਾ ਤੁਸੀਂ ਕਿਹਾ ਵੀ ਇਸ ਤਰ੍ਹਾਂ ਹੀ ਵਾਰਸਾਂ ਨੂੰ ਦੇਣ ਲੱਗੇ ਸੀ, ਉਹ ਕਿਆ ਇਨਸੀਡੈਂਟ ਹੈ ਵੀ ਕਿਸ ਤਰ੍ਹਾਂ ਲੱਗਦਾ ਸੀਗਾ ਵੀ ਇਹਦੇ 'ਚ ਕੁਝ ਹੋਇਆ ਹੈ ਤੇ ਇਹਦੀ ਰਿਪੋਰਟ ਨੂੰ ਗਲਤ ਕੀਤਾ ਜਾ ਰਿਹਾ? ਫਾਰ ਐਗਜ਼ਾਮਪਲ ਕਿਸੇ ਦੀ ਲੜਕੀ ਜਿਹੜੀ ਹੈਗੀ ਆ, ਕਿਸੇ ਦੋ ਤਰ੍ਹਾਂ ਦਾ ਹੋ ਸਕਦਾ ਸੀਗਾ। ਕਿਸੇ ਦੀ ਲੜਕੀ ਜਿਹੜੀ ਹੈਗੀ ਆ ਉਹ ਸੁਸਾਈਡ, ਜਾਂ ਕਿਸੇ ਦੀ ਨੌਂ ਜਿਹੜੀ ਹੈਗੀ ਆ, ਜਾਂ ਕੋਈ ਮੁੰਡਾ ਜਿਹੜਾ ਹੈਗਾ ਜਾਂ ਬੰਦਾ ਕੋਈ ਸੁਸਾਈਡ ਕਰ ਗਿਆ, ਉਹਦੇ ਪਿੱਛੇ ਜਾਂ ਤੇ ਹੋ ਸਕਦਾ ਹੈ ਕਿ ਉਹਨੂੰ ਕਿਸੇ ਨੇ ਪਰੇਸ਼ਾਨ ਕੀਤਾ ਹੋਵੇ ਜੀ, ਠੀਕ ਹੈ ਜੀ, ਜਾਂ ਹੋ ਸਕਦਾ ਹੈ ਕਿ ਉਹ ਬੰਦਾ ਜਿਵੇਂ ਕਿਸਾਨੀ ਸੁਸਾਈਡ ਹੈਗੀ ਆ ਜੀ, ਜਾਂ ਉਹ ਹੋ ਸਕਦਾ ਹੈ ਕਿ ਜਿਹੜੀ ਹੈਗੀ ਆ ਉਹ ਬੰਦਾ ਮਰਡਰ ਹੀ ਕੀਤਾ ਕਿਉਂ ਨਾ ਹੋਵੇ ਜੀ, ਮਰਡਰ ਕਰਕੇ ਉਹਦਾ ਸੁਸਾਈਡ ਦਾ ਰੂਪ ਦਿੱਤਾ ਹੋਵੇ। ਇਹ ਚੀਜ਼ਾਂ ਜਦੋਂ ਸਾਡੇ ਕੋਲ ਅਰਜੀ ਆਉਂਦੀ ਸੀਗੀ, ਅਸੀਂ ਉਹ ਮੈਜਿਸਟ੍ਰੇਟ ਜਿਹੜਾ ਹੈਗਾ ਆ ਉਹਦੀ ਡਿਊਟੀ ਬਣਦੀ ਹੈ ਕਿ ਉਹਦੇ ਆਸੇ-ਪਾਸੇ ਇਨਕੁਆਇਰੀ ਕਰੇ ਜੀ, ਕਿ ਉਹਦੇ ਮਾਂ ਪਿਓ ਨੂੰ ਪੁੱਛੇ, ਉਹਦੇ ਭੈਣ ਭਰਾਵਾਂ ਨੂੰ ਪੁੱਛੇ, ਇੱਧਰੋਂ ਉੱਧਰੋਂ ਪੁੱਛੇ ਵੀ ਵਾਕਿਆ ਜਿਹੜਾ ਹੈਗਾ ਆ ਉਹ ਜਿਹੜਾ ਹੈਗਾ ਇਹ ਨੈਚੁਰਲ ਡੈਥ ਹੈਗੀ ਆ ਕਿ ਸੁਸਾਈਡ ਤੇ ਨਹੀਂ ਗਾ। ਜੇ ਸੁਸਾਈਡ ਤੇ ਹੈਗਾ ਤਾਂ ਫਿਰ ਕਿਉਂ ਆਇਆ ਸੁਸਾਈਡ? ਠੀਕ ਹੈ ਜੀ। ਇਹ ਕਈ ਇਸ ਤਰ੍ਹਾਂ ਦੇ ਇਨਸੀਡੈਂਟ ਆਏ। ਤੁਹਾਨੂੰ ਲੱਗਦਾ ਕਿ ਇਹਨੂੰ ਜੀ ਮੈਨੂਪਲੇਟ ਕਰਤਾ ਜਾਂਦਾ? ਇਹਨੂੰ ਮੈਨੂਪਲੇਟ ਕਰਤਾ ਜਾਂਦਾ। ਇਹ ਬਹੁਤੀ ਵਾਰ ਜਿਹੜਾ ਹੈਗਾ ਪ੍ਰੈਸ਼ਰ 'ਚ ਆ ਕੇ ਕਿ ਮਤਲਬ ਜੇ ਕਿਸੇ ਨੇ ਮਤਲਬ ਕਿਸੇ ਕਾਰਨ ਕਰਕੇ ਜ਼ਹਿਰ ਖਾ ਲਈ ਜੀ, ਜੇ ਕਿਸੇ ਨੂੰ ਜ਼ਹਿਰ ਦੇ ਦਿੱਤੀ ਜਾ ਤੇ ਉਹ ਮਰ ਗਿਆ ਤੇ ਉਹਨੂੰ ਉਹਨਾਂ ਤੇ ਪਰਚਾ ਨਾ ਹੋ ਜਾਵੇ, ਉਹਨਾਂ ਦੇ ਉੱਤੇ ਜਿਹੜਾ ਹੈਗਾ ਕੋਈ ਕਾਰਵਾਈ ਨਾ ਹੋ ਜਾਵੇ, ਉਹਨਾਂ ਨੂੰ ਸਾਰਾ ਜਿਹੜਾ ਹੈਗਾ ਉਹਦੇ 'ਤੇ ਪਰਦਾ ਪਾਉਣ ਲਈ ਉਹਨੂੰ ਮੈਨੂਪਲੇਟ ਕਰਕੇ 174 ਦੀ ਕਾਰਵਾਈ ਕੀਤੀ ਤੇ ਉਹਦੇ 'ਚ ਕੁਝ ਵੀ ਜਿਹੜਾ ਹੈਗਾ ਪੋਸਟਮਾਰਟਮ ਵਗੈਰਾ ਨਹੀਂ ਕਰਾਇਆ ਤੇ ਉਹ ਵਾਰਸਾਂ ਨੂੰ ਲਾਸ਼ ਦਿੱਤੀ ਗਈ ਤੇ ਉਹ ਸੰਸਕਾਰ ਹੋ ਗਿਆ, ਗੱਲ ਖਤਮ ਹੋ ਗਈ। ਮਤਲਬ ਇਹ ਸਰ ਇਹ ਤਾਂ ਇੱਕ ਇਨਸੀਡੈਂਟ ਹੋ ਗਿਆ। ਹੋਰ ਵੀ ਕੁਝ ਇਸ ਤਰ੍ਹਾਂ ਦੇ ਹੈਗੇ ਕੋਈ ਜਿਵੇਂ ਅੱਜ ਕੱਲ੍ਹ ਬੜਾ ਦੇਖੋ ਆਰੋਪ ਲੱਗਦੇ ਨੇ ਵੀ ਕੋਈ ਵੀ ਕ੍ਰਾਈਮ ਜਿਹੜਾ ਉਹ ਬਿਨਾਂ ਪੁਲਿਸ ਤੇ ਬਿਨਾਂ ਪੋਲੀਟੀਸ਼ੀਅਨ ਦੀ ਸਰਪ੍ਰਸਤੀ ਤੋਂ ਨਹੀਂ ਹੋ ਸਕਦਾ। ਜੇ ਇਹ ਚਾਹਣ ਤੇ ਇਹ ਕ੍ਰਾਈਮ ਜਿਹੜਾ ਕ੍ਰਾਈਮ ਫ੍ਰੀ ਸਿਟੀ, ਕ੍ਰਾਈਮ ਫ੍ਰੀ ਸਮਾਜ, ਕ੍ਰਾਈਮ ਫ੍ਰੀ ਕੰਟਰੀ ਹੋ ਜਾਏ। ਦੇਖੋ ਕ੍ਰਾਈਮ ਜਿਹੜਾ ਹੈਗਾ ਨਾ ਜੀ, ਕ੍ਰਾਈਮ ਇਟ ਇਜ਼ ਐਂਸ਼ੀਐਂਟ ਫੈਨੋਮੇਨਾ। ਕ੍ਰਾਈਮ ਹੁੰਦਾ ਰਿਹਾ ਹੈ ਔਰ ਇਹਨੇ ਜਿਹੜਾ ਹੈਗਾ ਆ ਜਿੰਨਾ ਚਿਰ ਤੱਕ ਬੰਦੇ ਦਾ ਮਾਈਂਡ ਕਰਪਟ ਹੈਗਾ ਆ, ਮਾਈਂਡ ਜਿਹੜਾ ਹੈਗਾ ਕ੍ਰਿਮੀਨਲ ਹੈਗਾ, ਇਹ ਹੁੰਦਾ ਰਹਿਣਾ ਆ। ਪਰ ਡਿਊਟੀ ਜਿਹੜੀ ਹੈਗੀ ਹੈ ਇਹ ਧਰਮ ਹੈਗਾ ਪੁਲਿਸ ਦਾ ਕਿ ਇਹ ਕ੍ਰਾਈਮ ਨੂੰ ਜਿਹੜਾ ਹੈਗਾ ਹੈ ਉਹ ਰੋਕੇ। ਸਰ ਪਰ ਜਦੋਂ ਕ੍ਰਾਈਮ ਨੂੰ ਰੋਕਣ ਲਈ, ਇਸ ਫਿਲਮ ਦੇ ਵਿੱਚ ਵੀ ਇੱਕ ਇਨਸੀਡੈਂਟ ਇਦਾਂ ਦਾ ਹੈ ਕਿ ਜਦੋਂ ਕ੍ਰਾਈਮ ਨੂੰ ਰੋਕਣ ਲਈ ਫਾਰ ਐਗਜ਼ਾਮਪਲ ਇਲਿਸਿਟ ਲੀਗਲ ਜਿਹੜੀ ਸ਼ਰਾਬ ਹੈ ਉਹ ਨਹੀਂ ਕੱਢੀ ਜਾ ਸਕਦੀ। ਤੁਸੀਂ ਜਿਹੜੀ ਹੈਗੀ ਸ਼ਰਾਬ ਆਪਣੇ ਘਰਾਂ 'ਚ ਨਹੀਂ ਕੱਢ ਸਕਦੇ। ਉਹ ਐਕਸਾਈਜ਼ ਜਿਹੜੇ ਹੈਗੇ ਹੋਏ ਨੇ ਉਹ ਪੀਪਲਸ ਉਹਨੂੰ ਦੇਖਦੇ ਨੇ। ਤਾਂ ਇਹਦੇ ਵਿੱਚ ਵੀ ਇੱਕ ਇਨਸੀਡੈਂਟ ਇਦਾਂ ਦਾ ਹੈਗਾ ਕਿ SHO ਜਾਂ ਮਤਲਬ ਜਿਹੜੇ ਪੁਲਿਸ ਵਾਲੇ ਉਹਨੂੰ ਫੜ ਕੇ ਲਿਆਉਂਦੇ ਨੇ ਤੇ ਪੋਲੀਟੀਸ਼ੀਅਨ ਜਿਹੜੇ ਹੈਗੇ ਨੇ, ਕਿਉਂਕਿ ਉਹਨਾਂ ਨੇ ਉਹਨਾਂ ਲੋਕਾਂ ਦੀਆਂ ਵੋਟਾਂ ਲਈਆਂ ਹੋਈਆਂ ਔਰ ਉਹਨਾਂ ਨੂੰ ਉਹ ਕਹਿੰਦੇ ਉਹਨਾਂ ਨੂੰ ਉਹ ਛਡਾਉਂਦੇ ਨੇ ਉਹਦੇ ਕੋਲੋਂ ਔਰ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਣ ਦਿੰਦੇ। ਅੱਛਾ ਜੀ, ਕਿੰਨਾ ਇਹ ਸੱਚ ਹੈ ਕਿ ਪੁਲਿਸ ਜਿਹੜੀ ਹੈ ਉਹ ਪੋਲੀਟੀਸ਼ੀਅਨਾਂ ਦੇ ਦਬਾਅ 'ਚ ਕੰਮ ਕਰਦੀ ਹੈ? ਇਹ ਮਤਲਬ ਜਿਹੜਾ ਹੈਗਾ ਇਹ ਓਪਨ ਸੀਕ੍ਰੇਟ ਹੈਗਾ ਕਿ ਪੁਲਿਸ ਜਿਹੜੀ ਹੈਗੀ ਆ ਅਪ ਟੂ ਦੀ SHO ਲੈਵਲ ਜਿਹੜਾ ਹੈਗਾ ਆ ਉਹ ਪੋਲੀਟੀਸ਼ੀਅਨ ਦੇ ਦਬਾਅ ਹੇਠ ਕੰਮ ਕਰਦੀ ਹੈ। ਔਰ ਈਵਨ ਜਿਹੜਾ ਹੈਗਾ ਸਾਰੀਆਂ ਜਿਹੜੀਆਂ ਕੋਈ ਵੀ ਸਰਵਿਸਿਜ਼ ਜਿਹੜੀਆਂ ਹੈਗੀਆਂ ਅੱਜ ਦੀ ਤਰੀਕ ਦੇ ਵਿੱਚ ਜੇ ਕਿਸੇ ਦੀ ਜਿਹੜੀ ਬਦਲੀ ਹੈਗੀ ਆ ਜਾਂ ਜਿਹੜਾ ਹੈਗਾ ਉਹਦੀ ਉੱਥੇ ਲੱਗਣਾ ਆ ਉਹ ਕਿਸੇ ਪੋਲੀਟੀਸ਼ੀਅਨ ਦੀ ਸਿਫਾਰਿਸ਼ ਤੋਂ ਬਗੈਰ ਨਹੀਂ ਲੱਗਿਆ ਜਾ ਸਕਦਾ। ਦਿਸ ਇਜ਼ ਟਰੂ ਜੀ, ਦਿਸ ਇਜ਼ ਟਰੂ। ਔਰ SHO ਦਾ ਲੱਗਣਾ, DSP ਦਾ ਲੱਗਣਾ, ਕਿਸੇ SDM ਦਾ ਲੱਗਣਾ ਇਹ ਪੋਲੀਟੀਸ਼ੀਅਨ ਦੀ ਵਿਲ ਦੇ ਉੱਤੇ ਹੈਗਾ। ਤੇ ਜੇ ਪੋਲੀਟੀਸ਼ੀਅਨ ਦੇ ਵਿਲ ਦੇ ਉੱਤੇ ਉਹ ਕੰਮ ਲੱਗ ਰਿਹਾ ਹੈ ਤੇ ਉਹ ਪੋਲੀਟੀਸ਼ੀਅਨ ਜਿਵੇਂ ਕਹੇਗਾ
ਉਹ ਉਸ ਤਰ੍ਹਾਂ ਉਹਨੂੰ ਕੰਮ ਕਰਨਾ ਪੈਣਾ ਹੈ। ਕੁਝ ਲੋਕ ਨੇ ਜਿਵੇਂ ਜਿਨ੍ਹਾਂ ਨੇ ਇਹ ਹੈ ਕਿ ਨਹੀਂ ਜੀ ਮਤਲਬ ਜਿਹੜਾ ਹੈਗਾ ਅਸੀਂ ਤੇ ਲੱਗ ਗਏ ਹਾਂ, ਜੇ ਰੂਲ 'ਚ ਹੋਏਗਾ ਤੇ ਕਰਾਂਗੇ, ਨਹੀਂ ਤਾਂ ਉਹ 'ਚ ਅਸੀਂ ਆਪ ਨਹੀਂ ਫਸਣਾ। ਜਿਹੜੇ ਲੋਕ ਕਰਦੇ ਨੇ, ਇਸ ਫਿਲਮ ਦੇ ਵਿੱਚ ਇਹ ਵੀ ਦਰਸਾਇਆ ਗਿਆ ਵੀ ਜਿਹੜੇ ਲੋਕ ਫਿਰ ਉਹਨਾਂ ਦੇ ਆਖੇ ਕੰਮ ਕਰਦੇ ਨੇ ਤਾਂ ਫਿਰ ਫਸ ਵੀ ਜਾਂਦੇ ਨੇ। ਨਹੀਂ, ਬਟ ਇਹ ਤੇ ਬਹੁਤ ਘੱਟ ਹੋਣਗੇ ਜਿਹੜੇ ਫਸਣ ਵਾਲੇ ਇਨਸੀਡੈਂਟ ਹੈ, ਬਿਕੋਜ਼ ਕਿ ਇੱਕ ਫਿਰ ਤਾਂ ਕਾਮਨ ਮੈਨ ਨੂੰ ਜਿਹੜਾ ਅਸੀਂ ਇਨਸਾਫ ਦੀ ਗੱਲ ਕਰੀਏ ਤੇ ਉਹ ਤੇ ਨਾ ਮਿਲਣ ਦੀ ਉਮੀਦ ਹੀ ਖਤਮ ਹੋ ਗਈ ਹੈ। 100% ਜਿਹੜੇ ਹੈਗੇ ਲੋਕ ਨਹੀਂ ਫਸਦੇ। ਮੈਂ ਕਹਿੰਦਾ ਹੈ ਕਿ ਕੁਝ ਲੋਕ ਮੁੜ ਕੇ ਜਿਹੜੇ ਹੈਗੇ ਨੇ ਉਹ ਚੀਜ਼ 'ਚ ਫਸ ਜਾਂਦੇ ਨੇ। ਇਸ ਫਿਲਮ ਦੇ ਵਿੱਚ ਕਿਸੇ ਵੇਲੇ ਮੀਡੀਆ ਹੈ, ਉਹ ਮੀਡੀਆ ਵੱਲੋਂ ਕੋਈ ਗੱਲਬਾਤ ਨਿਕਲ ਗਈ, ਮਤਲਬ ਜਿਹੜਾ ਹੈਗਾ ਮੀਡੀਆ ਨੇ ਕੋਈ ਚੁੱਕਤੀ ਖਬਰ, ਉਹਦੀ ਇਨਕੁਆਇਰੀ ਲੱਗ ਗਈ, CBI ਇਨਕੁਆਇਰੀ ਲੱਗੀ, ਇਹਦੇ 'ਚ CBI ਇਨਕੁਆਇਰੀ ਲੱਗਦੀ ਹੈ ਜੀ ਇਸ ਫਿਲਮ ਦੇ ਵਿੱਚ। CBI ਇਨਕੁਆਇਰੀ ਲੱਗੀ, CBI ਇਨਕੁਆਇਰੀ ਦੇ ਫੈਕਟ ਬਾਹਰ ਕੱਢ ਦਿੱਤੇ, ਬੰਦੇ ਫਸ ਗਏ। ਔਰ ਇਟ ਇਜ਼ ਵੈਰੀ ਰੇਅਰ ਕੇਸ। ਨਹੀਂ, ਉਹਦੇ 'ਚ ਇਹ ਹੈ ਨਾ ਜੀ, ਦੇਖੋ ਕਾਮਨ ਮੈਨ ਕੋਲ ਤਾਂ ਇੰਨੇ ਸਾਧਨ ਨਹੀਂ ਹੈ ਵੀ ਉਹ ਜਾਂ ਤੇ CBI ਦੀ ਕੋਲ ਇਨਕੁਆਇਰੀ ਕਰਾਵੇ, ਜਾਂ ਉਹ ਅਫਸਰਾਂ ਦੇ ਚੱਕਰ ਮਾਰੀ ਜਾਏ, ਜਾਂ ਉਹ ਕਿਸੇ ਪੋਲੀਟੀਸ਼ੀਅਨ ਕੋਲ ਜਾਵੇ। ਬਿਲਕੁਲ ਉਹਦੇ ਕੋਲ ਸਾਧਨ ਨਹੀਂ, ਨਾ ਉਹ ਜਾਂਦਾ ਵਿਚਾਰਾ। ਉਹ ਤੇ ਕਿਸੇ ਵੇਲੇ ਮੈਂ ਗੱਲ ਕਰ ਰਿਹਾ ਕਿ ਕਿਸੇ ਵੇਲੇ ਮੀਡੀਆ ਦੀ ਨਜ਼ਰੇ ਕੋਈ ਗੱਲ ਚੜ ਜਾਂਦੀ ਹੈ। ਨਹੀਂ, ਉਹ ਤੁਸੀਂ ਠੀਕ ਕਹਿ ਰਹੇ ਹੋ ਮਾਈਕ। ਮੇਰਾ ਜਿਹੜਾ ਇਹ ਸਵਾਲ ਹੈ ਜੀ ਵੀ ਫਿਰ ਕਾਮਨ ਮੈਨ ਨੂੰ ਜਸਟਿਸ ਤੇ ਆਉਣ ਵਾਲਾ ਜਿਹੜਾ ਖਤਮ ਹੋ ਗਿਆ ਜੀ ਬਿਲਕੁਲ ਮਿਲਣਾ, ਕਾਮਨ ਮੈਨ ਦਾ ਜਸਟਿਸ ਬਹੁਤ ਹੀ ਡਿਫਿਕਲਟ ਹੈ, ਮਿਲਦਾ ਹੀ ਨਹੀਂ ਹੈ। ਔਰ ਥੱਲੇ ਤੱਕ ਜਾ ਕੇ ਜਿਹੜਾ ਹੈਗਾ ਦਿਸ ਇਜ਼ ਵੈਰੀ ਵੈਰੀ ਡਿਫਿਕਲਟ ਕਿ ਉਹਨੂੰ ਜਿਹੜਾ ਹੈਗਾ ਜਸਟਿਸ ਮਿਲੇ, ਜੇ ਉਹਦੇ ਬਰਾਬਰ ਤੇ ਜੇ ਕੋਈ ਪੋਲੀਟੀਸ਼ੀਅਨ ਖੜਾ ਤੇ। ਜੇ ਕਾਮਨ ਮੈਨ ਦੇ ਬਰਾਬਰ ਦੇ ਉੱਤੇ ਕਾਮਨ ਮੈਨ ਹੀ ਆ, ਫਿਰ ਭਾਵੇਂ ਜਸਟਿਸ ਮਿਲ ਜਾਵੇ। ਜੇ ਆਪਸ ਵਿੱਚ ਮੈਂ ਵੀ ਕਾਮਨ ਮੈਨ ਹਾਂ, ਤੁਸੀਂ ਵੀ ਕਾਮਨ ਮੈਨ ਹੋ, ਸਾਡਾ ਆਪਸ ਵਿੱਚ ਕੋਈ ਝਗੜਾ ਤੇ ਫਿਰ ਭਾਵੇਂ ਜਸਟਿਸ ਮਿਲ ਜਾਵੇ। ਜੇ ਤੁਸੀਂ ਜਿਹੜਾ ਹੈਗਾ ਤੁਹਾਡੇ ਪੋਲੀਟੀਸ਼ੀਅਨ ਬੈਕ ਹੈ ਤੁਹਾਡੇ ਮੰਗਰ, ਮੈਂ ਕਿ ਕਾਮਨ ਮੈਨ ਹੈ, ਤੇ ਫਿਰ ਮੈਨੂੰ ਨਹੀਂ ਮਿਲੇਗਾ। ਤੇ ਇਹਦਾ ਤੁਹਾਨੂੰ ਲੱਗਦਾ ਕਿ ਕਦੀ ਕੋਈ ਸੁਧਾਰ ਹੋਏਗਾ ਸਾਡੇ ਦੇਸ਼? ਦੇਖੋ, ਜਿਸ ਤਰ੍ਹਾਂ ਜਿਹੜਾ ਹੈਗਾ ਆ ਨਵੇਂ ਰਿਫਾਰਮਸ ਜਿਹੜੇ ਪੁਲਿਸ ਰਿਫਾਰਮ ਵੀ ਹੋ ਰਹੇ ਨੇ ਜੀ, ਔਰ ਐਡਮਿਨਿਸਟ੍ਰੇਟਿਵ ਰਿਫਾਰਮਸ ਵਿੱਚ ਚੱਲ ਰਹੇ ਨੇ, ਜਿਹਦੇ ਵਿੱਚ ਜਿਹੜੀ ਹੈਗੀ ਆ ਡਿਸਕ੍ਰਿਸ਼ਨਸ ਜਿਹੜੀਆਂ ਹੈਗੀਆਂ ਉਹਨਾਂ ਨੂੰ ਵਿਡਰਾ ਕਰ ਰਹੇ ਨੇ ਕਾਫੀ। ਤੇ ਇਨਸ਼ਾਅੱਲਾ ਜਿਹੜਾ ਹੈਗਾ ਦੇਸ਼ ਦਾ ਬਹੁਤ ਧਿਆਨ ਰਹਿੰਦਾ ਇਸ ਗੱਲ ਦੇ ਵਿੱਚ, ਲੋਕਾਂ ਦਾ, ਮੀਡੀਆ ਦਾ ਬਹੁਤ ਧਿਆਨ ਹੈ ਕਿ ਇਹ ਜਿਹੜੀ ਹੈਗੀ ਹੈ ਡਿਲੇ ਵੀ ਇਨਸਾਫ ਜਿਹੜਾ ਹੈਗਾ ਉਹ ਡਿਲੇ ਨਾ ਹੋਵੇ ਤੇ ਜਲਦੀ ਮਿਲ ਜਾਵੇ। ਉਸ ਤਰ੍ਹਾਂ ਦੇ ਸੁਧਾਰ ਹੋ ਰਹੇ ਨੇ, ਤਵੱਕੋ ਕਰਨੀ ਚਾਹੀਦੀ ਹੈ ਕਿ ਹੋਏਗਾ। ਨਹੀਂ, ਇੱਕ ਤਾਂ ਦੇਖੋ ਤੁਸੀਂ ਪਹਿਲੇ PCS ਰਹੇ, ਫਿਰ ਤੁਸੀਂ IAS ਵੀ ਕੁਝ 3 ਸਾਲ ਕਰੀਬ ਸਮਾਂ ਕਢਾਇਆ। ਜਿੱਥੇ ਤੁਸੀਂ ਰਹੇ ਕਿ ਤੁਹਾਡੇ ਡਿਪਾਰਟਮੈਂਟ 'ਚ ਕਦੀ ਕਰਪਸ਼ਨ ਜਾਂ ਭ੍ਰਸ਼ਟਾਚਾਰ ਨਹੀਂ ਹੋਇਆ? ਦੇਖੋ, ਇਹ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਹ ਜਿਹੜਾ ਫਿਨੋਮੀਨਾ ਹੈ ਨਾ ਜੀ ਕਰਪਸ਼ਨ ਦਾ ਤੇ ਭ੍ਰਸ਼ਟਾਚਾਰ ਦਾ, ਇਹਦੇ ਤੋਂ ਕੋਈ ਅੱਖਾਂ ਨਹੀਂ ਮੀਟ ਸਕਦਾ। ਵਨ ਕੈਨ ਨਾਟ ਕਲੋਜ਼ ਦਾ ਆਈਜ਼ ਕਿ ਇਹ ਹੈ ਨਹੀਂ ਗੀ ਜਾਂ ਕਰਪਸ਼ਨ ਨਹੀਂ ਹੈਗੀ। ਇਟ ਡਿਪੈਂਡ ਅਪੋਨ ਦਾ ਡਿਸਕ੍ਰਿਸ਼ਨ ਆਫ ਦਾ ਆਫਿਸਰ, ਨੰਬਰ 1। ਨੰਬਰ 2 ਕਿ ਉਹਦੀ ਵਿਲ ਕੀ ਕਹਿੰਦੀ ਆ ਕਿ ਉਹਨੇ ਕਰਨੀ ਆ ਕਿ ਨਹੀਂ ਕਰਨੀ। ਉਹਨੇ ਜੇ ਨਹੀਂ ਕਰਨੀ ਤੇ ਉਹਨੇ ਪੋਲੀਟੀਸ਼ੀਅਨ ਦੇ ਨਾਲ ਜਾਂ ਜਿਹੜੇ ਸਾਡੇ ਸੀਨੀਅਰ ਅਫਸਰਸ ਹੈਗੇ ਉਹਨਾਂ ਦੇ ਨਾਲ ਕਿਵੇਂ ਉਹਨੇ ਜਿਹੜਾ ਹੈਗਾ ਬਿਹੇਵੀਅਰ ਰੱਖਣਾ ਹੈ। ਅੱਛਾ, ਇੱਕ ਬੜਾ no doubt corruption is there in departments, no doubt। ਜਿਵੇਂ SDM ਸੀਗੇ ਤਹਿਸੀਲਾਂ ਦੇ ਵਿੱਚ ਸੁਣੀਂਦੀ ਵੀ ਹੈ ਔਰ ਹੈ ਵੀ ਇਹ 'ਚ ਕੋਈ ਮਤਲਬ ਜਿਹੜੀ ਰਜਿਸਟਰੀ ਬਣਾ ਪੈਸੇ ਤਾਂ ਹੁੰਦੀ ਨਹੀਂ ਜੀ, ਮਤਲਬ ਇਹ ਕੋਈ ਮਤਲਬ ਇਟ ਇਜ਼ ਓਪਨ ਸੀਕ੍ਰੇਟ। ਮਤਲਬ ਇੱਕ ਕਰਪਸ਼ਨ ਲੀਗਲਾਈਜ਼ ਹੈ ਵਾਲੀ। You can say ਕਿ it is processed, nobody can stop it। ਨਹੀਂ, ਸਟਾਪ there is so ਯਤਨ ਹੁੰਦੇ ਨੇ ਸਟਾਪ ਕਰਨ ਦੇ, ਔਰ it depend upon the officer to officer। there are so many officers we can count them on the fingers ਕਿ ਜਿਨ੍ਹਾਂ ਦੀ ਨਹੀਂ ਕਰਪਸ਼ਨ ਹੋਣ ਦਿੱਤੀ। there are few people are there, but there are few। ਅੱਛਾ, ਤੁਸੀਂ ADA ਦੇ ਚੀਫ ਐਡਮਿਨਿਸਟ੍ਰੇਟਰ ਵੀ ਰਹੇ ਹੋ। ਹਾਂ, ਮੈਂ ਉੱਥੋਂ ਰਿਟਾਇਰ ਹੋਇਆ। ਤੁਹਾਨੂੰ ਲੱਗਦਾ ਨਹੀਂ ਵੀ ADA ਦੇ ਸਾਡੀ ਜਾਣਕਾਰੀ ਦੇ ਅਨੁਸਾਰ ਵੀ ਕਈ ਜਿਹੜੀਆਂ ਰੋਡਸ ਜਿਹੜੀਆਂ ਜਿੱਥੇ ਨਹੀਂ ਹੋ ਸਕਦੀ ਸੀ ਕੰਸਟਰਕਸ਼ਨ, ਜੀ ਉੱਥੇ ADA ਦੇ ਕੁਝ ਲੋਕਾਂ ਨੇ ਪੈਸੇ ਲੈ ਕੇ ਤੇ ਕੰਸਟਰਕਸ਼ਨ ਹੋਣ ਦਿੱਤੀ, ਉਹਨਾਂ ਨੂੰ ਰੋਕਿਆ ਨਹੀਂ, ਫਿਰ ਬਹੁਤ ਪੈਸਾ ਕਮਾਇਆ। ਦੇਖੋ, ਮੈਂ 6 ਮਹੀਨੇ ADA ਦੇ ਵਿੱਚ ਲਾਏ ਨੇ, ਕਿਉਂਕਿ 6 ਮਹੀਨੇ ਦੇ ਵਿੱਚ ਕੋਈ ਪ੍ਰੋਜੈਕਟ ਐਸਾ ਮੇਰੇ ਧਿਆਨ 'ਚ ਨਹੀਂ ਆਇਆ, ਜਾਂ ਇਸ 6 ਮਹੀਨੇ ਦੇ ਵਿੱਚ ਕੋਈ ਐਸਾ ਪ੍ਰੋਜੈਕਟ ਨਹੀਂ ਸੀ ਕਿ ਜਿਹਦੇ 'ਤੇ ਅਸੀਂ ਰੋਡਸ ਵਗੈਰਾ ਵਿਛਾਉਣੀਆਂ ਹੋਣ, ਦੂਜੀਆਂ ਵਿਛਾਉਣੀਆਂ ਹੋਣ। ਮੈਂ ਤਾਂ 6 ਮਹੀਨੇ ਸਿਰਫ ਜਿਹੜੀ ਹੈਗੀ ਆ ਉਹ ਜਿਹੜੀ ADA ਦੀ ਜਿਹੜੀ ਰੈਗੂਲਰਾਈਜੇਸ਼ਨ ਪਾਲਿਸੀ ਹੈ ਉਹਦੇ 'ਚ ਹੀ ਮੇਰਾ ਬਹੁਤਾ ਜਿਹੜਾ ਹੈਗਾ ਸਮਾਂ ਨਿਕਲ ਗਿਆ। ਪਰ ਇਲੀਗਲ ਕਲੋਨੀਜ਼ ਦਾ ਬਹੁਤ ਵੱਡਾ ਇਸ਼ੂ ਹੈ, ADA ਦੇ ਨਾਲ ਸੰਬੰਧਿਤ ਹੈ, ਬਹੁਤ ਵੱਡਾ। ਦੇयर इज नो डाउट ਕਿ ਇਲੀਗਲ ਡਿਵੈਲਪਮੈਂਟ ਜਿਹੜੀ ਹੈਗੀ ਆ, ਮਸ਼ਰੂਮਿੰਗ ਜਿਹੜੀ ਹੈਗੀ ਆ ਕਲੋਨੀਆਂ ਦੀ ਬਹੁਤ ਹੋਈ ਹੈ।
ਕਿ ਉਹਦੇ 'ਚ ਉਹ ਕਰਪਸ਼ਨ ਦਾ ਹਿੱਸਾ ਨਹੀਂ ਹੈ? ਉਹ ਦੇਖੋ ਕਰਪਸ਼ਨ ਤੁਸੀਂ ਕਹਿ ਲਓ ਜਾਂ ਮਿਲੀ ਭੁਗਤ ਕਹਿ ਲਓ, ਦੋ ਚੀਜ਼ਾਂ ਵਨ ਕਹਿ ਇਜ਼ ਲਓ। ਦਾ ਸੇਮ ਥਿੰਗ ਨਾ ਜੀ, ਮਿਲੀ ਭਗਤ ਜਾਂ ਕਰਪਸ਼ਨ ਉਹ ਜਿੰਨਾ ਚਿਰ ਤੱਕ ਡਿਪਾਰਟਮੈਂਟ ਦੇ ਜਿਹੜਾ ਇੰਜੀਨੀਅਰ ਵਿੰਗ ਹੈਗਾ ਆ, ਜਿਹਦਾ ਫੀਲਡ ਜਿਹੜਾ ਅਮਲਾ ਹੈ, ਉਹ ਜਾਂ ਤੇ ਸੁਸਤ ਹੈ ਜਾਂ ਜ਼ਿਆਦਾ ਚੁਸਤ ਹੈ। ਉਹਨਾਂ ਦੀ ਜਿਹੜੀ ਹੈਗੀ ਆ ਮਤਲਬ ਉਹਨਾਂ ਦੇ ਧਿਆਨ ਤੋਂ ਬਗੈਰ ਜਿਹੜੀ ਹੈਗੀ ਆ ਕੋਈ ਇਲੀਗਲ ਕਲੋਨੀ ਜਿਹੜੀ ਹੈਗੀ ਪਨਪ ਨਹੀਂ ਸਕਦੀ। ਤੁਸੀਂ ਆਪਣੇ ਜਿੱਥੇ ਵੀ ਤੁਸੀਂ ਰਹੇ, ਕਿਤੇ ਕਰਪਸ਼ਨ ਨੂੰ ਰੋਕਣ ਦੀ ਕੋਈ ਕੋਸ਼ਿਸ਼ ਕੀਤੀ ਹੋਵੇ ਤਾਂ ਤੁਸੀਂ ਸਫਲ ਨਾ ਹੋਏ ਹੋ, ਵੀ ਤੁਹਾਨੂੰ ਵੀ ਬੜੀ ਮੁਸ਼ਕਲ ਆਉਂਦੀ ਹੋਵੇ, ਵੀ ਪ੍ਰੈਸ਼ਰ ਪੈ ਗਿਆ ਜਾਂ ਜਿਹੜਾ ਤੁਹਾਡਾ ਸਬਆਰਡੀਨੇਟ ਹੈ ਉਹ ਹੀ ਐਸਾ ਸਖਤ ਆਦਮੀ ਹੈ ਕਿ ਉਹਨੂੰ ਕੋਈ ਪਰਵਾਹ ਨਹੀਂ ਤੁਹਾਡੇ ਆਦੇਸ਼ਾਂ ਦੀ? ਨਹੀਂ, ਐਸੀ ਕੋਈ ਗੱਲ ਨਹੀਂ ਹੈਗੀ। ਜਿੱਥੇ ਕਰਪਸ਼ਨ ਰੋਕਣ ਦੀ ਕੋਸ਼ਿਸ਼ ਕੀਤੀ ਹੈ, ਕਰਪਸ਼ਨ ਰੋਕੀ ਵੀ ਹੈ। ਤੇ ਇੱਕ ਵਾਰ ਜਿਹੜਾ ਹੈਗਾ ਆ, ਮੈਂ ਆਪਣੇ ਤੁਹਾਨੂੰ ਇਨਸੀਡੈਂਟ ਤੇ ਕੀ ਨਰੇਟ ਕਰਾਉਂਗਾ ਉਹਦਾ, ਜੀ, ਕਿ ਮੈਂ ਉਹਦਾ ਖਿਆਮਜਾ ਜ਼ਰੂਰ ਭੁਗਤਿਆ ਕਿ ਮੈਨੂੰ ਜਿਹੜਾ ਹੈਗਾ ਆ ਉਹਦੇ ਵਿੱਚ ਪਹਿਲਾਂ ਤੇ ਮੇਰੀ ਟ੍ਰਾਂਸਫਰ ਹੋਈ, ਟ੍ਰਾਂਸਫਰ ਫਿਰ ਜਿਹੜੀ ਹੈਗੀ ਨਹੀਂ ਫਿਰ ਰੁਕ ਗਈ। ਦੈਨ ਉਸ ਤੋਂ ਬਾਅਦ ਫਿਰ ਮੈਨੂੰ ਜਿਹੜਾ ਹੈਗਾ ਪੋਲੀਟੀਸ਼ੀਅਨਸ ਨੇ ਜਿਹੜਾ ਹੈਗਾ ਉਹਨਾਂ ਨਾਲ ਨੈਕਸਸ ਕਰਕੇ ਤੇ ਮੇਰੇ ਤੇ ਇੱਕ FIR ਦਰਜ ਕਰਵਾਈ, ਔਰ ਜਿਹਦੇ ਚ ਮੈਨੂੰ 7 ਦਿਨ ਜੇਲ੍ਹ ਜਾਣਾ ਪਿਆ। ਉਹ ਕਿਆ ਸੀਗਾ ਉਹ FIR? ਥੋੜਾ ਕਿੱਸਾ ਦੱਸੋ। that was ਉਹਨਾਂ ਨੇ ਜਿਹੜਾ ਸੀਗਾ ਯੂ ਕੈਨ ਸੇ ਕਿ ਇੱਕ ਐਕਟ ਹੈਗਾ ਆ ਸਰਪਲਸ ਐਕਟ, ਜਿਹਦੀ ਸਰਪਲਸ ਜ਼ਮੀਨ ਹੁੰਦੀ ਹੈ, ਉਹ ਜ਼ਮੀਨ ਜਿਹੜੀ ਹੈਗੀ ਆ ਉਹ ਸਰਪਲਸ ਉਹਨੇ ਤੱਕ ਰੱਖ ਸਕਦਾ, ਉਦੋਂ ਵੱਧ ਸਰਪਲਸ ਜ਼ਮੀਨ ਜਿਹੜੀ ਹੈਗੀ ਹੈ ਬੇਜ਼ਮੀਨੀਆਂ 'ਚ ਵੰਡਣੀ ਹੁੰਦੀ ਹੈ। ਉਹ ਮੈਂ ਕੁਝ ਕੇਸ ਜਿਹੜੇ ਸੀਗੇ ਉਹ ਕੱਢੇ ਸੀਗੇ। ਉਹ ਕੇਸ ਜਦੋਂ ਕੱਢੇ ਤੇ ਜਿਹੜੇ ਵੱਡੇ ਬਿਗ ਬੌਸ ਸੀਗੇ, ਬਿਗ ਜ਼ਮੀਂਦਾਰ ਸੀਗੇ, ਉਹਨਾਂ ਨੂੰ ਫਿਰ ਉਹ ਗੱਲ ਚੰਗੀ ਨਹੀਂ ਲੱਗੀ ਕਿਉਂਕਿ ਜ਼ਮੀਨਾਂ ਖੁੱਸਦੀਆਂ ਸੀਗੀਆਂ। ਇਸ ਕਰਕੇ ਉਹਨਾਂ ਨੇ ਇੱਕ ਨੈਕਸਸ ਕੀਤਾ ਕਿ ਇਹਨੂੰ ਮਤਲਬ ਜਿਹੜਾ ਹੈਗਾ ਇਸ ਕੇਸ ਦੇ ਵਿੱਚ ਕਿਸ 'ਚ ਫਸਾਓ ਤੇ ਇਹਨੂੰ ਇੱਥੋਂ ਕੱਢੋ। ਤੇ ਤੁਹਾਡੇ ਤੇ ਕੀ ਚਾਰਜ ਲੱਗਿਆ? ਮੇਰੇ ਤੇ ਕਰਪਸ਼ਨ ਦਾ ਚਾਰਜ ਲੱਗਿਆ। ਪੈਸੇ ਦਿੱਤੇ ਤੁਹਾਨੂੰ? ਕੋਈ ਫੜਾਇਆ ਵੀ ਸੀ ਕਿਸੇ ਨੇ ਵਿਜੀਲੈਂਸ ਨੂੰ, ਜਾਂ ਉਦਾਂ ਹੀ ਆਰੋਪ ਲਗਾ ਕੇ ਬਤਾਤਾ ਜੀ? ਨਹੀਂ ਜੀ, ਮੇਰੇ ਜਿਹੜਾ ਹੈਗਾ ਮੇਰੇ ਘਰ ਜਿਹੜਾ ਸਰਕਾਰੀ ਘਰ ਸੀ ਉਹਦੇ ਚ ਆਏ ਤੇ ਮੇਰੀ ਅਲਮਾਰੀ ਦੇ ਵਿੱਚ ਕੋਟ ਟੰਗਿਆ, ਕੋਟ ਦੀ ਜੇਬ ਚ ਪਾਤੇ ਸੀ। ਤੇ ਫਿਰ ਕਦੀ ਤੁਹਾਨੂੰ ਲੱਗਿਆ ਕਿ ਉਸ ਤੋਂ ਬਾਅਦ ਤੁਹਾਨੂੰ ਥੋੜਾ ਲਿਬਰਲ ਹੋ ਜਾਣਾ ਚਾਹੀਦਾ, ਕਿਉਂਕਿ ਤੁਹਾਨੂੰ ਜੇਲ੍ਹ ਰਹਿਣੀ ਪਈ? ਕਿ ਕਈ ਪੋਲੀਟੀਸ਼ੀਅਨਾਂ ਨੇ, ਦੇਖੋ ਕੰਮ ਪੋਲੀਟੀਸ਼ੀਅਨ ਨੇ ਤਾਂ ਕਰਾਣਾ ਹੀ ਹੈ, ਇਹ ਜੱਗ ਜ਼ਾਹਿਰ ਹੈ। ਕਹਿੰਦੇ ਜਿਵੇਂ ਤੁਸੀਂ ਕਹਿੰਦੇ ਨਾ ਜੀ, ਯੂ ਆਰ ਯੂਜ਼ਿੰਗ ਅ ਵਰਡ ਓਪਨ ਸੀਕ੍ਰੇਟ, ਤੇ ਇਹ ਤਾਂ ਜੱਗ ਜ਼ਾਹਿਰ ਹੈ, ਫਿਰ ਤੁਹਾਨੂੰ ਲਿਬਰਲ ਹੋਣਾ ਪਿਆ ਉਸ ਤੋਂ ਬਾਅਦ? ਬਿਲਕੁਲ ਨਹੀਂ, ਸਗੋਂ ਮੈਂ ਉਸ ਤੋਂ ਬਾਅਦ ਜ਼ਿਆਦਾ ਸਟਰੋਂਗ ਹੋ ਗਿਆ, ਮਤਲਬ ਅਗਰੈਸਿਵ ਹੋ ਗਏ ਤੁਸੀਂ ਉਸ ਤੋਂ ਬਾਅਦ? ਅਗਰੈਸਿਵ ਨਹੀਂ, ਸਟਰੋਂਗ ਹੋ ਗਿਆ ਕਿ ਐਦੋਂ ਵੱਧ ਨਾ ਕੀ ਕਰਨਾ, ਮੈਂ ਐਦੋਂ ਵੱਧ ਕੀ ਕਰ ਸਕਦੇ ਆ। ਫਿਰ ਮੈਂ ਆਪਣੀ ਜਿਹੜੀ ਹੈਗੀ ਆ ਜੋ ਕਾਨੂੰਨ ਸੀਗਾ ਉਹਦੇ ਵਿੱਚ ਰਹਿ ਕੇ ਕੰਮ ਕੀਤਾ। ਟ੍ਰਾਂਸਫਰ ਦੀ ਕੋਈ ਚਿੰਤਾ ਨਹੀਂ ਕੀਤੀ ਤੇ ਜਿਹੜਾ ਹੈਗਾ ਆ ਬਾਕੀ ਫਿਰ ਕੋਈ ਚਿੰਤਾ ਨਹੀਂ ਕੀਤੀ। ਅੱਛਾ, ਤੁਸੀਂ ਕਿਹਾ ਵੀ ਇੱਕ ਇਨੈਕਸਿਸ ਉਹਦਾ ਜਿਹੜਾ ਪੋਲੀਟੀਸ਼ੀਅਨ ਤੇ ਪੁਲਿਸ ਦਾ, ਤੇ ਇਹ ਕਿੰਨਾ ਕੁ ਸੱਚ ਹੈ ਵੀ ਥਾਣੇ ਵਿਕਦੇ ਨੇ? ਦੇਖੋ, ਇਹ ਲੋਕ ਕਹਿੰਦੇ ਨੇ, ਲੇਕਿਨ ਮੈਂ ਜਿਹੜੀ ਪਹਿਲੀ ਗੱਲ ਤੁਹਾਨੂੰ ਗੱਲ ਕਹੀ ਆ ਕਿ ਥਾਣਾ ਵਿਕਦਾ ਸ਼ਬਦ ਜਿਹੜਾ ਹੈਗਾ ਉਹ ਬਹੁਤ ਹੀ ਡੈਰੋਗੇਟਰੀ ਸ਼ਬਦ ਹੋਵੇਗਾ, ਕਿਉਂਕਿ ਜਿਸ ਪੋਲੀਟੀਸ਼ੀਅਨ ਦਾ ਉਹ ਏਰੀਆ ਹੈਗਾ, ਜਿਸ ਪੋਲੀਟੀਸ਼ੀਅਨ ਦੀ ਉਹ ਹਲਕਾ ਹੈਗਾ, ਉਹ ਹਲਕਾ ਇੰਚਾਰਜ ਜਿਹੜਾ ਹੋਏਗਾ, ਜਿਸ ਪਾਰਟੀ ਦਾ ਰੂਲ ਹੋਏਗਾ, ABC ਕਿਸੇ ਵੀ ਪਾਰਟੀ ਦਾ ਰੂਲ, ਉਹ ਹਲਕਾ ਇੰਚਾਰਜ ਦੀ ਵਿਲ ਤੋਂ ਬਗੈਰ ਉੱਥੇ ਥਾਣੇਦਾਰ ਜਿਹੜਾ ਹੈਗਾ SHO ਨਹੀਂ ਲੱਗੇਗਾ। ਠੀਕ ਹੈ ਜੀ, ਜੇ ਉਹਦੀ ਵਿਲ ਨਾ ਲੱਗੇਗਾ, ਉਹ ਵਿਲ ਆਪਣੀ ਚਾਹੇ ਪੈਸੇ ਲੈ ਲਵੇ ਪੋਲੀਟੀਸ਼ੀਅਨ, ਚਾਹੇ ਉਹ ਨਾ ਕੰਮ ਕਰਾ ਲਵੇ, ਜਾਂ ਉਹਦੇ ਕੋਲ ਕੰਮ ਕਰਾ ਲਵੇ ਜੀ। ਇਹ ਇਸ ਤਰ੍ਹਾਂ ਹੈਗਾ। ਤੇ ਫਿਰ ਗੱਲ ਤੇ ਜਿਹੜੀ ਸੀ ਪਹਿਲੇ ਕੀਤੀ, ਤੇ ਫਿਰ ਵੇਅਰ ਇਜ਼ ਦਾ ਜਸਟਿਸ, ਵੇਅਰ ਕਾਮਨ ਮੈਨ ਵਿਲ ਗੋ? ਦਿਸ ਇਜ਼ ਦਾ ਕੁਐਸਚਨ ਜਿਹੜਾ ਕਿ ਸੋਸਾਇਟੀ ਦੇ ਸਾਹਮਣੇ ਬਣਿਆ ਹੋਇਆ ਕਿ ਕਾਮਨ ਮੈਨ ਕਿੱਥੇ ਜਾਏਗਾ। ਤੁਸੀਂ ਦੇਖੋ ਨਾ ਜੀ, ਅੱਜ ਤੇ ਲਾਅ ਜਿਹੜੇ ਆ ਉਹ 1947 ਤੋਂ ਪਹਿਲੇ ਦੇ ਬਣੇ ਆ। ਜੋ ਸੁਣਨ ਚ ਆਉਂਦਾ ਹੈ ਵੀ ਲਾਅ ਤਾਂ ਬਣਾਏ ਸੀ ਅੰਗਰੇਜ਼ਾਂ ਨੇ ਆਪਣੇ ਵਾਸਤੇ, ਤੇ ਇਹਨਾਂ ਨੇ ਉਹ ਹੀ ਇੰਪਲੀਮੈਂਟ ਕਰਦੇ ਕਿਉਂਕਿ ਉਹ ਲਾਅ ਉਹਨਾਂ ਨੂੰ ਸੂਟ ਕਰਦੇ ਆ। ਨਹੀਂ, ਉਹਦੇ 'ਚ ਇਹ ਆਇਆ ਸੀਗਾ ਕਿ 47 ਤੋਂ ਪਹਿਲੋਂ ਦੇ ਤਾਂ ਨਹੀਂ, 1935 ਦਾ ਐਕਟ ਸੀਗਾ। 1935 ਦਾ ਐਕਟ ਤਕਰੀਬਨ ਸਾਰਾ ਹੀ ਕਨਸਟੀਟਿਊਸ਼ਨ 'ਚ ਲੈ ਲਿਆ ਇਹਨਾਂ ਨੇ, ਤੇ ਉਹ ਅੰਗਰੇਜ਼ ਦੇ ਟਾਈਮ ਦੇ ਉੱਤੇ ਹੀ ਸੀਗਾ। ਤੇ ਉਹ ਜਿਹੜੀ ਇੰਡੀਅਨ ਪੋਲਿਟੀ ਹੈਗੀ, ਇੰਡੀਅਨ ਕਨਸਟੀਟਿਊਸ਼ਨ ਮੇਕਰਸ ਨੇ, ਉਹਨਾਂ ਨੇ ਦੇਖਿਆ ਕਿ ਸ਼ਾਇਦ ਇਹ ਸੂਟ ਕਰਦਾ ਹੈ, ਉਹੀ ਉਹਨਾਂ ਨੇ ਫੇਰ ਲੈ ਲਿਆ। ਤੁਸੀਂ ਨਹੀਂ ਸਮਝਦੇ? ਦੇਖੋ ਜੀ, 1935 ਤੋਂ ਹੁਣ 2021 ਆ ਗਿਆ ਜੀ, ਸਮਾਜ ਦੀ ਕਈ ਚੇਂਜਸ ਆਈਆਂ, ਪ੍ਰਾਇਰਟੀਜ਼ ਬਦਲ ਗਈਆਂ। ਉਦੋਂ ਇੱਕ ਕਿਹਾ ਜਾਂਦਾ ਸੀ, ਜੇ ਕਹਿੰਦੇ ਨਾ ਵੀ ਜੇ ਕਿਸੇ ਦੇ ਘਰ ਕੋਈ ਬਦਮਾਸ਼ ਹੋ ਜਾਂਦਾ ਸੀ ਜਾਂ ਪੁਲਿਸ ਆਉਂਦੀ ਸੀ ਤੇ ਉਹਦਾ ਬਾਈਕਾਟ ਹੋ ਜਾਂਦਾ ਸੀ,
ਬਟ ਹੁਣ ਤਾਂ ਉਹਨੂੰ ਉਹਨਾਂ ਹੀ ਕਹਿੰਦੇ ਨਾ ਵੀ ਜਿੰਨਾ ਲੁੱਚਾ ਉੱਚੇ ਵਾਲੀ ਗੱਲ ਹੋ ਗਈ ਹੈ। ਤੇ ਹੁਣ ਇਹਨਾਂ 'ਚ ਬਦਲਾਵ ਦੀ ਜ਼ਰੂਰਤ ਹੈ। ਕਿੰਨਾ ਜੀ ਲਾਅ Laws, ਨਹੀਂ ਲਾਅ 'ਚ ਦੇਖੋ ਨਾ ਆਪਾਂ ਅੱਜ ਮੇਰਾ ਖਿਆਲ ਹੈ ਕਿ 100 ਦੇ ਕਰੀਬ ਅਮੈਂਡਮੈਂਟ ਹੋ ਚੁੱਕੀਆਂ ਹੈ ਕਨਸਟੀਟਿਊਸ਼ਨ ਦੇ। ਬਦਲਾਵ ਹੁੰਦਾ ਰਹਿੰਦਾ ਹੈ, ਨਵੇਂ ਐਕਟ ਬਣਦੇ ਰਹਿੰਦੇ ਨੇ, ਉਹ ਤਾਂ ਅਕੋਰਡਿੰਗ ਟੂ ਸਿਚੁਏਸ਼ਨ ਬਣਦੇ ਰਹਿੰਦੇ ਨੇ। ਅੱਛਾ, ਕਾਮਨ ਮੈਨ ਦਾ ਇਹ ਬੜਾ ਸਵਾਲ ਹੈ ਜੀ। ਰੇਤ ਮਾਫੀਆ, ਸ਼ਰਾਬ ਮਾਫੀਆ, ਸਰਕਾਰ ਕੋਈ ਵੀ ਆਏ, ਟਰਾਂਸਪੋਰਟ ਮਾਫੀਆ, ਹੁਣ ਐਜੂਕੇਸ਼ਨ ਮਾਫੀਆ ਵੀ ਹੋ ਗਿਆ। ਸਰਕਾਰ ਕੋਈ, ਕਿਉਂਕਿ ਤੁਸੀਂ ਬੜਾ ਲੰਬਾ ਸਮਾਂ ਸਰਕਾਰਾਂ ਦੇ ਨਾਲ ਰਹੇ ਹੋ, ਸਰਕਾਰ ਕੋਈ ਵੀ ਆਵੇ, ਇਹ ਜਿਹੜੇ ਲੋਕ ਆਉਂਦੇ ਉਹਨਾਂ ਦਾ ਕਬਜ਼ਾ ਹੋ ਜਾਂਦਾ ਹੈ। ਇਹ ਜਿਹੜਾ ਹੈਗਾ ਜਿਹਨੂੰ ਤੁਸੀਂ ਵਰਡ ਮਾਫੀਆ ਯੂਜ਼ ਕੀਤਾ ਹੈ, ਇਹ ਆਪਣੇ ਆਪ ਨੂੰ ਸੋਸ਼ਲ ਲਾਈਫ ਦੇ ਵਿੱਚ ਬਿਜ਼ਨਸਮੈਨ ਕਹਿੰਦੇ ਨੇ। ਤੋ ਬਿਜ਼ਨਸਮੈਨ ਜਿਹੜਾ ਹੈਗਾ ਆ ਉਹ ਵੋਟ ਪਾਉਂਦਾ ਨਹੀਂ ਹੈ, ਉਹ ਵੋਟ ਖਰੀਦਣ 'ਚ ਮਦਦ ਕਰਦਾ ਹੈ। ਤੋ ਜਿਹੜੀ ਵੀ ਸਰਕਾਰ ਆਉਂਦੀ ਆ ਉਹ ਸਰਕਾਰ ਦੇ ਇਹ ਮਦਦਗਾਰ ਲੋਕ ਹੁੰਦੇ ਨੇ। ਨਹੀਂ, ਬਟ ਉਹ ਦੇਖੋ ਨਾ ਜੀ, ਕਈ ਦੇਖਿਆ ਜਾਂਦਾ ਵੀ ਇਸ ਕਰਕੇ ਮਦਦਗਾਰ ਹੁੰਦੇ ਨੇ, ਇਸ ਕਰਕੇ ਇਹਨਾਂ ਨੂੰ ਖੁੱਲ੍ਹ ਰਹਿੰਦੀ ਹੈ। ਨਹੀਂ ਦੇਖੋ ਨਾ, ਇੱਕ ਪਾਰਟੀਕੂਲਰ ਅਸੀਂ ਗੱਲ ਕਿਸੇ ਇੱਕ ਪਾਰਟੀ ਦੇ ਲੀਡਰ ਦੀ ਨਹੀਂ ਕਰਨੀ। ਜਿੰਨੇ ਵੀ ਲੀਡਰਸ ਨੇ ਟਰਾਂਸਪੋਰਟ ਉਹ ਤੇ ਫਲਰਿਸ਼ ਕਰ ਗਏ, ਤੇ ਜਿਹੜੀ ਪੰਜਾਬ ਗਵਰਨਮੈਂਟ ਦੀ ਸੀਗੀ ਰੋਡਵੇਜ਼ ਜਾਂ ਹੋਰ ਦੂਸਰੇ ਜਿਹੜੇ ਪਬਲਿਕ ਸੈਕਟਰ ਸੀ ਉਹ ਥੱਲੇ ਜਾਈ ਜਾ ਰਹੇ ਇਹ ਦੇ ਪੀਪਲ ਆਰ ਗਰੋਇੰਗ। ਪ੍ਰਾਈਵੇਟਾਈਜੇਸ਼ਨ ਜਿਹੜੀ ਹੈਗੀ ਆ ਇਹ ਇੱਕ ਬੜਾ ਵੱਡਾ ਕਨਸੈਪਟ ਸੀਗਾ, ਬੜਾ ਅੱਛਾ ਕਨਸੈਪਟ ਵੀ ਸੀਗਾ ਕਿ ਪ੍ਰਾਈਵੇਟਾਈਜੇਸ਼ਨ ਹੋਣ ਦੇ ਨਾਲ ਆਮ ਆਦਮੀ ਨੂੰ ਸ਼ਾਇਦ ਜਿਹੜਾ ਹੈਗਾ ਆ ਉਹ ਰਿਲੀਫ ਮਿਲੇਗਾ ਕਿ ਪ੍ਰਾਈਵੇਟ ਚੀਜ਼ਾਂ ਹੋਣਗੀਆਂ, ਜਿਹੜੇ ਸਰਕਾਰੀ ਦਰਬਾਰੇ ਜਿਹੜੇ ਹੈਗੇ ਨੇ, ਇੰਸਪੈਕਟਰੀ ਰਾਜ ਜਿਹੜਾ ਹੈਗਾ ਆ ਉਹ ਜਿਹੜਾ ਵਿੱਚ ਇੰਸਪੈਕਟਰ ਫਸ ਜਾਂਦਾ ਉਹ ਨਿਕਲ ਜਾਏਗਾ ਤੇ ਲੋਕ ਸਿੱਧੇ ਜਿਹੜੇ ਹੈਗੇ ਨੇ ਉਹ ਓਪਨ ਮਾਰਕੀਟ ਦੇ ਵਿੱਚ ਆ ਜਾਣਗੇ ਤੇ ਲੋਕਾਂ ਨੂੰ ਫਾਇਦਾ ਹੋਏਗਾ। ਲੇਕਿਨ ਉਹ ਹੋਇਆ ਨਹੀਂ, ਨੰਬਰ 1। ਨੰਬਰ 2, ਸਾਡੀ ਜਿਹੜੀ ਇਕਨੋਮੀ ਹੈਗੀ ਆ ਉਹ ਹੈਗੀ ਆ ਮਿਕਸਡ ਇਕਨੋਮੀ। ਇੰਡੀਆ ਦੀ ਮਿਕਸਡ ਇਕਨੋਮੀ ਹੈਗੀ ਆ ਜਿਹਦੇ ਵਿੱਚ ਜਿਹੜੀ ਹੈਗੀ ਆ ਐਗਰੀਕਲਚਰ ਔਰ ਜਿਹੜਾ ਪਬਲਿਕ ਸੈਕਟਰ ਜਿਹੜਾ ਹੈਗਾ ਆ ਇਹ ਨਾਲ ਚੱਲਦਾ, ਪ੍ਰਾਈਵੇਟ ਸੈਕਟਰ ਨਾਲ ਚੱਲਦਾ ਹੈ। ਜੇ ਇਹਦਾ ਇੰਬੈਲੈਂਸ, ਜਦੋਂ ਹੀ ਇੰਬੈਲੈਂਸ ਹੋਇਆ ਉਦੋਂ ਹੀ ਜਿਹੜੀਆਂ ਪ੍ਰੋਬਲਮਸ ਆਉਣਗੀਆਂ। ਇਹ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਹੈਗਾ ਪ੍ਰਾਈਵੇਟਾਈਜੇਸ਼ਨ ਵੱਲ ਨੂੰ ਜਿਹੜੀ ਹੈਗੀ ਹੈ ਸਰਕਾਰਾਂ ਜਿਹੜੀ ਹੈਗੀ ਉਹ ਜ਼ਿਆਦਾ ਵੱਧ ਰਹੀ ਹੈ। ਮੇਰਾ ਕੁਐਸਚਨ ਹੈ, ਦੇਖੋ ਪਾਵਰ ਜਦੋਂ ਆਂਦੀ ਹੈ, ਸੱਤਾ 'ਚ ਜਿਹੜਾ ਰਹਿੰਦਾ ਹੈ, ਇਹ ਜਿੰਨੇ ਵੀ ਇਹ ਮਾਫੀਆ, ਤੁਸੀਂ ਸੋ ਕਾਲਡ ਬਿਜ਼ਨਸਮੈਨ ਕਹਿੰਦੇ, ਮੈਂ ਮਾਫੀਆ ਯੂਜ਼ ਕਰ ਰਿਹਾ ਵਰਡ, ਇਹ ਉਹਨਾਂ ਨੂੰ ਟ੍ਰਾਂਸਫਰ ਹੋ ਜਾਂਦੇ ਆ ਸਾਰੇ ਬਿਜ਼ਨਸ। ਤੁਸੀਂ ਕੋਈ ਰੇਤ ਕਰ ਲਓ, ਪਹਿਲੇ ਰੇਤ ਕਿਹਨਾਂ ਦੇ ਕਬਜ਼ੇ ਸੀ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਸਭ ਨੂੰ ਪਤਾ ਹੈ। ਹੁਣ ਰੇਤ ਕਿਹਨਾਂ ਦੇ ਕਬਜ਼ੇ 'ਚ ਹੈ, ਸ਼ਰਾਬ ਕਿਹਨਾਂ ਦੇ ਕਬਜ਼ੇ ਸੀਗੀ, ਸ਼ਰਾਬ ਹੁਣ ਕਿਹਨਾਂ ਦੇ ਕਬਜ਼ੇ 'ਚ ਸਭ ਨੂੰ ਪਤਾ ਹੈ। ਟਰਾਂਸਪੋਰਟ ਕਿਹਨਾਂ ਦੇ ਕਬਜ਼ੇ ਸੀਗੀ, ਹੁਣ ਕਿਹਨਾਂ ਦੇ ਕਬਜ਼ੇ 'ਚ ਸਭ ਨੂੰ ਪਤਾ ਹੈ। ਇਹ ਦੇਖੋ ਜਿਹੜਾ ਹੈਗਾ ਨਾ ਇਹ ਜਿਨ੍ਹਾਂ ਨੂੰ ਮਾਫੀਆ ਕਿਹਾ, ਮੈਂ ਇਹ ਬਿਜ਼ਨਸ ਕਹਿੰਦਾ ਹੈ ਕਿ ਇਹ ਬਿਜ਼ਨਸ ਜਿਹੜੇ ਹੈਗੇ ਨੇ ਪਹਿਲਾਂ ਉਹਨਾਂ ਨੂੰ ਕੀਤਾ ਹੁੰਦਾ ਆ ਜਿਹੜਾ ਹੈਗੇ ਨੇ ਪੋਲੀਟੀਸ਼ੀਅਨ ਨੇ, ਚਾਹੇ ਉਹ ਸਰਕਾਰ ਕੋਈ ਵੀ ਹੋਵੇ, ਕਿਸੇ ਵੀ ਪਾਰਟੀ ਦੇ ਪੋਲੀਟੀਸ਼ੀਅਨਸ ਹੋਣ, ਇਹ ਜਿਹੜੇ ਬਿਜ਼ਨਸਮੈਨ ਨੇ ਜਾਂ ਜਿਹੜੇ ਮਾਫੀਆ ਜਿਹੜੇ ਤੁਸੀਂ ਕਹਿੰਦੇ ਹੋ, ਇਹ ਕਿਸੇ ਇੱਕ ਪਾਰਟੀ ਦਾ ਨਹੀਂ ਹੈ, ਇਹ ਸਾਰੀਆਂ ਪਾਰਟੀਆਂ ਦੇ ਨੇ ਔਰ ਉਹਨਾਂ ਨੂੰ ਇਹਨਾਂ ਨੇ ਸਪੋਰਟ ਕੀਤੀ ਹੁੰਦੀ ਹੈ ਔਰ ਉਹ ਮੁੜ ਕੇ ਇਹਨਾਂ ਨੂੰ ਉਸ ਤਰ੍ਹਾਂ ਦੇ ਜਿਹੜੇ ਹੈਗੇ ਨੇ ਖੁੱਲ੍ਹ ਕਹਿ ਲਓ ਜਾਂ ਉਸ ਤਰ੍ਹਾਂ ਦੀ ਚੀਜ਼ਾਂ, ਪਰ ਕਈ ਵਾਰ ਫਸ ਵੀ ਜਾਂਦੇ ਨੇ। ਪਿੱਛੇ ਜੇ ਫਸੇ ਵੀ ਨੇ, ਇਹਦੇ 'ਚ ਕਿੰਨਾ ਮੈਂ ਨਾਂ ਨਹੀਂ ਲਵਾਂਗਾ, ਪਿੱਛੇ ਜੇ ਫਸੇ ਵੀ ਨੇ ਕਾਫੀ। ਨਹੀਂ, ਨਾਂ ਤੁਹਾਨੂੰ ਲੈਣਾ ਚਾਹੀਦਾ ਨਾ ਜੀ, ਉਹ ਤੇ ਹੁਣ ਪੁਰਾਣੀ ਗੱਲ ਹੋ ਗਈ ਬਹੁਤ ਜ਼ਿਆਦਾ। ਅੱਛਾ, ਇੱਕ ਕਿੰਨਾ ਸੱਚ ਹੈ ਜੀ, ਇੱਕ ਪਾਰਟੀ ਜਦੋਂ ਸੱਤਾ 'ਚ ਆਉਂਦੀ ਹੈ, ਉਹ ਜਿਹੜੀ ਪਾਰਟੀ ਸੱਤਾ ਤੋਂ ਬਾਹਰ ਹੋ ਜਾਂਦੀ ਹੈ ਉਹ ਉਹਦੇ ਲੀਡਰਾਂ ਨੂੰ ਬਚਾਉਂਦੀ ਹੈ, ਤੇ ਜਦੋਂ ਉਹ ਸੱਤਾ 'ਚ ਆਉਂਦੀ ਹੈ ਉਹ ਸੱਤਾਧਾਰੀ ਬੰਦਿਆਂ ਨੂੰ, ਇਹ ਕਿੰਨਾ ਸੱਚ ਹੈ? ਇਹ ਬਿਲਕੁਲ ਓਪਨ ਸੀਕ੍ਰੇਟ ਹੈ ਵੀ, ਮਤਲਬ ਇਹ ਬਿਲਕੁਲ ਸੱਚ ਹੈਗਾ ਕਿ ਜਿਹੜੇ ਮਤਲਬ ਜਿਹੜੇ ਹੈਗੇ ਜਦੋਂ ਸੱਤਾ 'ਚ ਆਉਂਦੇ ਨੇ, ਜਿਹੜੇ ਜਦੋਂ ਸੱਤਾ 'ਚ ਉਹ ਨਹੀਂ ਹੁੰਦੇ ਉਦੋਂ ਜਿਹੜੇ ਉਹਨਾਂ ਦੇ ਉੱਤੇ ਆਰੋਪ ਲੱਗੇ ਹੁੰਦੇ ਨੇ, ਜਦੋਂ ਉਹ ਸੱਤਾ 'ਚ ਆ ਜਾਂਦੇ ਨੇ ਉਦੋਂ ਆਰੋਪ ਜਿਹੜੇ ਨੇ ਉਹ ਸਾਫ਼ ਹੋ ਜਾਂਦੇ ਨੇ। ਇਟ ਮੀਨਸ ਕਿ ਪਬਲਿਕ ਨੂੰ ਬੇਵਕੂਫ ਬਣਾਇਆ ਜਾ ਰਿਹਾ। ਅੱਜ ਸਾਨੂੰ ਆਜ਼ਾਦ ਹੋਇਆ 72 ਸਾਲ ਹੋ ਗਏ, 73 ਸਾਲ, ਤੇ ਹਜੇ ਅਸੀਂ ਕਹਿੰਦੇ ਡਿਵੈਲਪਮੈਂਟ ਦੇ ਨਾਂ 'ਤੇ ਨਾਲੀਆਂ, ਗਲੀਆਂ, ਸੜਕਾਂ 'ਚੋਂ ਬਾਹਰ ਹੀ ਨਹੀਂ ਨਿਕਲੇ, ਤੇ ਇਹ ਫਿਰ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਦੇਖੋ ਇਹ ਜਿਹੜੇ ਹੈਗੇ ਨੇ ਹੌਲੀ ਹੌਲੀ, ਜਿਵੇਂ ਤੁਹਾਨੂੰ ਮੈਂ ਕਹਿੰਦਾ, ਰਿਫਾਰਮਸ ਜਿਹੜੇ ਹੈਗੇ ਨੇ, ਇਲੈਕਟੋਰਲ ਰਿਫਾਰਮਸ ਵੀ ਹੁੰਦੇ ਨੇ ਜੀ। ਰਿਫਾਰਮਸ ਦੇ ਜਿਹੜੀ ਹੈਗੀ ਆ ਹੋ ਰਹੇ ਨੇ, ਇਲੈਕਟੋਰਲ ਦੇ ਵਿੱਚ ਵੀ ਅੱਗੇ ਨੂੰ ਕਾਫੀ ਫਰਕ ਪਿਆ ਹੈ, ਲੋਕਾਂ ਦੇ ਵਿੱਚ ਕਾਫੀ ਜਾਗਰਤੀ ਆਈ ਹੈ, ਲੇਕਿਨ ਇਹ ਹੌਲੀ ਹੌਲੀ ਖਤਮ ਤੇ ਇਹਨੇ ਹੋਣਾ ਹੀ ਆ, ਕਿਉਂਕਿ ਜਿੱਦਾਂ ਮੀਡੀਆ ਜਿੱਦਾਂ ਅੱਗੇ ਆ ਗਿਆ, ਸੋਸ਼ਲ ਮੀਡੀਆ, ਦੂਜਾ ਮੀਡੀਆ, ਹੁਣ ਤੁਸੀਂ ਜਿਹੜੀ ਹੈਗੀ ਆ ਅੱਗੇ ਚਿੱਠੀ ਪਾਓਗੇ ਤੇ ਚਿੱਠੀ ਪਤਾ ਨਹੀਂ ਕਦੋਂ ਪਹੁੰਚਦੀ ਸੀ ਸ਼ਿਕਾਇਤ, ਹਾਂਜੀ, ਹੁਣ ਇੱਥੋਂ ਤੁਸੀਂ ਮਾਰਦੇ ਹੋ ਫੋਨ ਦੇ ਉੱਤੇ, ਫੋਟੋ ਖਿੱਚਦੇ ਹੋ ਤੇ ਫੋਟੋ ਕਰਦੇ ਤੇ ਉਹਦੇ ਜਿਹੜਾ ਹੈਗਾ। ਇਹ ਵਾਲੇ ਸਵਾਲ ਦਾ ਤੁਸੀਂ ਬੜਾ ਡਿਪਲੋਮੈਟਿਕਲੀ ਆਨਸਰ ਦਿੱਤਾ, ਕੋਈ ਗੱਲ ਨਹੀਂ, ਹੋ ਸਕਦਾ ਤੁਹਾਡੀ ਵੀ ਕੁਝ ਸੈਕਸ਼ਨਸ ਹੋਣ। ਤੁਸੀਂ ਆਪਣੀ ਪਿਕਚਰ ਨੂੰ ਜਿਹੜੀ ਤੁਸੀਂ ਬਣਾਈ ਹੈ ਇਹਨੂੰ ਲੈ ਕੇ ਕੁਝ ਹੋਰ ਕਹਿਣਾ ਚਾਹੋ?
ਪਿਕਚਰ ਜਿਹੜੀ ਹੈਗੀ ਆ ਦੇਖੋ ਜਿਹੜਾ ਵਿਜ਼ੂਅਲ ਆਰਟ ਹੈਗਾ ਹੈ, ਇਹਦਾ ਨਾਮ ਕੀ ਰੱਖਿਆ ਇਹਦਾ ਨਾਮ ਹੈ ਦਾ ਰੂਲ। ਦਾ ਰੂਲ। ਹਾਂ, ਤੋ ਜਿਹੜਾ ਵਿਜ਼ੂਅਲ ਆਰਟ ਹੈ, ਵਿਜ਼ੂਅਲ ਆਰਟ ਦੇ ਨਾਲ ਤੁਸੀਂ ਆਪਣੀ ਜਿਹੜੀ ਗੱਲ ਹੈਗੀ ਆ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਕਹਿ ਸਕਦੇ ਹੋ। ਨੰਬਰ 1, ਰਾਦਰ ਦੈਨ ਦਾ ਪ੍ਰਿੰਟ ਜਿਹੜਾ ਮੀਡੀਆ ਹੈਗਾ, ਜਾਂ ਜਿਹੜੀ ਹੈਗੀ ਆ ਤੁਸੀਂ ਕਿਤਾਬ ਲਿਖਦੇ ਹੋ ਕੋਈ, ਜਾਂ ਤੁਸੀਂ ਕੋਈ ਕਹਾਣੀ ਲਿਖਦੇ ਹੋ, ਜਾਂ ਨਾਵਲ ਲਿਖਦੇ ਹੋ, ਉਹਦੇ ਨਾਲੋਂ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਵਿਜ਼ੂਅਲ ਆਰਟ ਹੈਗਾ ਆ, ਕਿਉਂਕਿ ਹਰ ਬੰਦੇ ਦੇ ਹੱਥ 'ਚ ਮੋਬਾਈਲ ਹੈਗਾ ਆ, ਉਹਦੇ ਨਾਲ ਤੁਹਾਡੀ ਆਪਣੀ ਗੱਲ ਜਿਹੜੀ ਹੈਗੀ ਤੁਸੀਂ ਜ਼ਿਆਦਾ ਕਹਿ ਸਕਦੇ ਹੋ। ਜਿਹੜੀਆਂ ਮੇਰੇ ਦਿਲ ਦੇ ਵਿੱਚ ਜਿਹੜੀਆਂ ਹੈਗੀਆਂ ਸੀ, ਜਿਹੜੀਆਂ ਮੈਨੂੰ ਟੁੰਬਦੀਆਂ ਗੱਲਾਂ, ਉਹ ਮੈਂ ਜ਼ਰੂਰ ਜਿਹੜੀਆਂ ਹੈਗੀਆਂ ਆ ਉਹ ਕਰਕੇ ਤੇ ਵਿਜ਼ੂਅਲ ਆਰਟਸ ਰਾਹੀਂ ਜਿਹੜੀਆਂ ਹੈਗੀਆਂ ਪੇਸ਼ ਕੀਤੀ ਹੈ। ਪਹਿਲਾਂ ਸੱਗੀ ਫੁੱਲ ਫਿਲਮ ਦੇ ਵਿੱਚ ਪੇਸ਼ ਕੀਤੀ, ਉਦੋਂ ਮੈਂ ਨੌਕਰੀ ਦੇ ਵਿੱਚ ਸੀਗਾ ਉਦੋਂ, ਤੇ ਹੁਣ ਜਿਹੜੀ ਹੈਗੀ ਹੈ ਦਾ ਰੂਲ ਜਿਹੜੀ ਪੇਸ਼ ਕੀਤੀ ਹੈ, ਅੱਗੇ ਵੀ ਚੱਲਦਾ ਰਹੇਗਾ। ਨਹੀਂ, ਕਿਤੇ ਤੁਹਾਡਾ ਫਿਊਚਰ 'ਚ ਪੋਲੀਟਿਕਸ ਆਉਣ ਦਾ ਇਰਾਦਾ ਤਾਂ ਨਹੀਂ, ਕਿਉਂਕਿ ਇਲੈਕਸ਼ਨ ਆ ਰਹੇ ਹਨ 2022 'ਚ? ਬਿਲਕੁਲ ਨਹੀਂ, ਬਿਲਕੁਲ ਨਹੀਂ, ਬਿਲਕੁਲ ਨਹੀਂ, 200% ਨਹੀਂ। ਜੇ ਕੋਈ ਪਾਰਟੀ ਆਫਰ ਕਰਦੀ ਤੁਹਾਡੀ ਪਿਕਚਰ ਦੇਖ ਕੇ ਦੇਖੋ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨਾ ਜੀ, ਲੋਕ ਕਿਉਂਕਿ ਸਭ ਨੂੰ ਪਤਾ ਹੈ, ਜਿਵੇਂ ਤੁਸੀਂ ਇੱਕ ਪਾਰਟੀਕੂਲਰ ਵਰਡ ਯੂਜ਼ ਕਰ ਰਹੇ ਹੋ, ਦੇ ਓਪਨ ਸੀਕ੍ਰੇਟ, ਸਭ ਨੂੰ ਪਤਾ ਹੈ ਪਰ ਕੋਈ ਬੋਲਦਾ ਨਹੀਂ ਹੈ। ਤੁਸੀਂ ਡੇਅਰ ਕੀਤਾ ਹੈ, ਤੁਸੀਂ ਬੋਲੇ ਹੋ, ਤੇ ਹੋ ਸਕਦਾ ਕੁਝ ਪਾਰਟੀਆਂ ਨੇ ਤੁਹਾਨੂੰ ਸੰਪਰਕ ਵੀ ਕੀਤਾ ਹੋਵੇ ਜਾਂ ਕਰਨ, ਮਤਲਬ ਪਿਕਚਰ ਤੋਂ ਪਹਿਲਾਂ ਸੰਪਰਕ ਕੀਤਾ ਵੀ ਹੈ, ਲੇਕਿਨ ਮੈਂ ਟੋਟਲ ਨਾ ਕਰਤੀ ਹੈ ਕਿ ਮੈਂ ਕਿਹਾ ਮੈਂ ਸਰਵਿਸ ਜਿੰਨਾ ਜਿਹੜਾ ਸੀਗਾ ਮੈਂ ਦੇ ਸਕਦਾ ਸੀ ਸੁਸਾਇਟੀ ਨੂੰ, ਮੈਂ ਦੇ ਦਿੱਤੀ ਹੈ। ਹੁਣ ਮੇਰੀ ਜਿਹੜੀ ਹੈਗੀ ਆ ਕੁਝ ਹੋਰ ਨੇ ਪ੍ਰਾਇੋਰਟੀਜ਼ ਹੋਰ ਨੇ, ਮੈਂ ਹੋਰ ਨਹੀਂ ਜਾਣਾ। ਤੇ ਤੁਸੀਂ ਇਸ ਤਰ੍ਹਾਂ ਦੀ ਜਿਵੇਂ ਤੁਸੀਂ ਇਸ਼ੂ ਚੁੱਕਿਆ ਬੜਾ ਵੱਡਾ ਪੁਲਿਸ ਪੋਲੀਟੀਸ਼ੀਅਨ ਐਕਸੈਸ ਦਾ, ਫਿਊਚਰ 'ਚ ਵੀ ਅਸੀਂ ਉਮੀਦ ਕਰੀਏ ਕਿ ਤੁਸੀਂ ਇਸ ਤਰ੍ਹਾਂ ਦੇ ਇਸ਼ੂਜ਼ ਚੁੱਕਦੇ ਰਹੋਗੇ? ਤੇ ਦੇਖੋ, ਜੋ ਵੀ ਜਿਹੜੀ ਹੈਗੀ ਆ ਸੁਸਾਇਟੀ ਦੇ ਵਿੱਚ ਜਿਹੜਾ ਜਾਗਦਾ ਆਦਮੀ ਆ, ਜਿਹੜਾ ਜਿਉਂਦਾ ਆਦਮੀ ਆ, ਉਹ ਜੋ ਸੁਸਾਇਟੀ ਦੇ ਵਿੱਚ ਦੇਖਦਾ ਹੈ ਤੇ ਜਾਗਦਾ ਹੋਣਾ ਚਾਹੀਦਾ ਪਹਿਲਾਂ, ਤੇ ਫਿਰ ਉਹ ਜਿਉਂਦਾ ਹੋਣਾ ਚਾਹੀਦਾ। ਤੋ ਜਾਗਦੇ ਆਦਮੀ ਦੀ ਮਿਸਾਲ ਹੈ ਕਿ ਤੁਸੀਂ ਸੁਸਾਇਟੀ 'ਚ ਦੇਖਦੇ ਹੋ ਤੇ ਜਿਉਂਦੇ ਹੋ, ਅਸੀਂ ਜਾਗਦੇ ਵੀ ਹਾਂ ਤੇ ਜਿਉਂਦੇ ਵੀ ਹਾਂ। ਮਤਲਬ ਆਪਣੀ ਲੋਕਾਂ ਨੂੰ ਤੁਸੀਂ ਇੱਕ ਸੰਦੇਸ਼ ਦਿੰਦੇ ਹੋ ਵੀ ਆਪਣੀ ਗੱਲ ਕਹਿਣੀ ਚਾਹੀਦੀ ਹੈ। ਬਿਲਕੁਲ ਬਿਲਕੁਲ। ਜਿਹੜਾ ਚੁੱਪ ਹੈ ਨਾ, ਜਿਹੜੀ ਖਾਮੋਸ਼ੀ ਹੈ, ਉਹ ਇੱਕ ਕਿਸਮ ਦਾ ਹੈ ਕਿ ਤੁਸੀਂ ਜਿਹੜਾ ਕੋਈ ਕ੍ਰਾਈਮ ਹੋ ਰਿਹਾ ਹੈ, ਜਾਂ ਜਿਹੜਾ ਕੋਈ ਮਾੜੀ ਸੁਸਾਇਟੀ 'ਚ ਘਟਨਾਵਾਂ ਹੋ ਰਹੀਆਂ ਹੈ, ਜੋ ਸੁਸਾਇਟੀ ਦੇ ਵਿੱਚ ਮਾੜਾ ਵਾਪਰਿਆ ਹੈ, ਉਹਨੂੰ ਸਪੋਰਟ ਕਰ ਰਹੇ ਹੋ। ਇਹ ਫਿਲਮ ਦਾ ਜਿਹੜਾ ਹੈਗਾ, ਇੱਕ ਪਲਾਟ ਮੈਂ ਤੁਹਾਡੇ ਨਾਲ ਡਿਸਕਸ ਕਰ ਲਿਆ। ਦੂਸਰਾ ਪਲਾਟ ਇਸ ਫਿਲਮ ਦੇ ਵਿੱਚ ਇਹ ਹੈਗਾ ਕਿ ਇੰਟਰਕਾਸਟ ਲਵ ਜਿਹੜਾ ਹੈਗਾ, ਇੰਟਰਕਾਸਟ ਲਵ ਸਟੋਰੀ ਜਿਹੜੀ ਹੈਗੀ ਆ, ਉਹ ਹੋਣ ਕਰਕੇ ਆਨਰ ਕਿਲਿੰਗ ਜਿਹੜੀ ਹੈਗੀ ਆ, ਉਹਦੇ ਤੋਂ ਵੀ ਕਿਨਾਰਾ ਨਹੀਂ ਕੀਤਾ ਜਾ ਸਕਦਾ। ਉਹ ਚੀਜ਼ਾਂ ਜੇ ਛੁਪੀਆਂ ਨੇ, ਛੁਪੀਆਂ ਰਹਿ ਜਾਂਦੀਆਂ ਨੇ, ਲੇਕਿਨ ਉਹ ਆਨਰ ਕਿਲਿੰਗ ਹੁੰਦੀ ਹੈ। ਆਨਰ ਕਿਲਿੰਗ ਦਾ ਮਾਮਲਾ ਹਰਿਆਣੇ ਦੇ ਵਿੱਚ ਬਹੁਤ ਜ਼ਿਆਦਾ ਸੀਗਾ, ਲੇਕਿਨ ਪੰਜਾਬ ਦੇ ਵਿੱਚ ਵੀ ਉਹਨੂੰ ਜਿਹੜੀ ਹੈਗੀ ਆ, ਐਸੀ ਕੋਈ ਗੱਲ ਨਹੀਂ ਹੈ ਕਿ ਹੈਗਾ, ਇਨਕਾਰ ਨਹੀਂ ਕੀਤਾ ਜਾ ਸਕਦਾ। ਇਹਦੇ ਵਿੱਚ ਦੂਸਰਾ ਪਲਾਟ ਮੈਂ ਜਿਹੜਾ ਹੈਗਾ, ਇੱਕ ਆਨਰ ਕਿਲਿੰਗ ਦਾ ਇਮੈਜੀਨੇਟ ਕਰਕੇ ਤੇ ਜਿਹੜਾ ਹੈਗਾ ਕੀਤਾ ਕਿ ਉਹ ਵੱਡੇ ਸਰਦਾਰਾਂ ਦੀ ਲੜਕੀ ਹੁੰਦੀ ਹੈ ਔਰ ਛੋਟੀ ਜਾਤ ਜਿਹੜੀ ਹੈਗੀ ਆ ਉਹਦਾ ਲੜਕਾ ਹੁੰਦਾ, ਜਿਹਦਾ ਜਿਹੜਾ ਹੈਗਾ ਉਹਨਾਂ ਦੇ ਆਪਸ ਵਿੱਚ ਕਾਲਜ ਦੇ ਵਿੱਚ ਅਫੇਅਰ ਹੈ। ਬਟ ਜਿਹੜਾ ਹੈਗਾ ਉਹ ਪਤਾ ਲੱਗਣ ਤੇ ਸਰਦਾਰ ਜਿਹੜੇ ਹੈਗੇ ਨੇ, ਕਿਉਂਕਿ ਉਹ ਬਹੁਤ ਵੱਡੇ ਸਰਦਾਰ ਨੇ, ਉਹਨਾਂ ਦੀ ਪੱਤ ਲੱਥ ਜੇਗੀ। ਪੰਜਾਬ 'ਚ ਇੱਕ ਇਨਸੀਡੈਂਟ ਇਸ ਤਰ੍ਹਾਂ ਦਾ ਹੋਇਆ ਵੀ ਸੀਗਾ, ਮੇਰਾ ਖਿਆਲ ਹੈ ਤੁਸੀਂ ਉੱਥੋਂ ਆਈਡੀਆ ਲਿਆ ਹੈ। ਮੇਬੀ तो पत लथ जगी, उन्होंने मुंडा भी मारता, कुड़ी भी मारती। धन्यवाद हमारे साथ बात करने के लिए। ये थे बख्तावर सिंह, IAS अधिकारी, रिटायर हुए हैं। कैसा इन्होंने कितनी हिम्मत का काम किया है तो वैसे जोखिम का काम। पुलिस और पॉलिटिशियन जो राजनीति के बीच एक नेक्सस बना हुआ है, क्राइम बढ़ रहा है, उसे उजागर करने की इन्होंने कोशिश की है। अपनी पिक्चर भी इन्होंने रिलीज़ की है, द रूल। हमारी तरफ से इनको शुभकामनाएं और हम उम्मीद करते हैं कि ऐसे ही ये बेबाकी से अपनी बात रखते रहेंगे और समाज की बुराइयों को दूर करने की कोशिश करते रहेंगे। अमृतसर से D4U न्यूज़ के लिए दीपक भंडारी की खास रिपोर्ट।